ਹਰ ਪਤਿਤ ਉਧਾਰਿਆ, ਤੁਝ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ। ਕਰ ਗਹਿ ਲਿਓ ਦਇਆ, ਸਾਗਰ ਸੰਸਾਰਿਆ। ਜਿਨ੍ਹਾਂ ਸੰਗਣਿ ਦੁਰਮਤਿ ਵੰਜੈ, ਮਿੱਤਰ ਅਸਾਰੜੇ ਸ੍ਰੀ। ਜਨ ਨਾਨਕ ਮਿਲੇ ਕੀ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਗੁਣ ਕਾ ਇਹ ਸਵਾਉ, ਜਾਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਵਾਹਿਗੁਰੂ ਸਾਹਿਬ ਜੀਓ, ਭਾਦੋਏ ਭਰਨ ਭੁਲਾਣੀਆ, ਦੂਜਾ ਲੱਗਾ ਰੇਤ, ਲੱਖ ਸੀਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨ ਸਸੀ, ਤਿਤ ਵੇਲਾ ਕਹਿ ਸਨ ਪ੍ਰੇਤ। ਪਕੜ ਚਲਾਇਨ ਦੂਧ ਜਮ, ਕਸੈ ਨ ਦੇਨੀ ਭੇਟ। ਖਟ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜਾ ਤਨ ਕਪੇ, ਤਿਆਹੋ ਹੋਆ ਸੇਤ। ਜੇਹਾ ਬੀਜਾ ਸੋਲਣਾ, ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਤੇ ਭਾਦੋਏ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਠ। ਭਾਦੋਏ ਭਰਨ ਭੁਲਾਣੀਆ, ਦੂਜਾ ਲੱਗਾ ਹੇਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਕ ਪਾਵਨ ਭਗਤ ਵਛਲ, ਦੀਨਾ ਬੰਧੂ ਕਰਨਾ ਧਾਮ ਜੋਤੀ ਸਰੂਪ। ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰਾਮਤ, ਅਪਾਰ ਬਖਸ਼ਿਸ਼, ਕਿਰਪਾ ਸਤਿਕਾਰ। ਸਤਿਗੁਰੂ ਜੀ ਦੇ ਦਰਬਾਰ ਹਫ਼ਤਾਵਾਰ ਸਮਾਗਮ ਵਿੱਚ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ। ਜਿੱਥੇ ਹਫ਼ਤਾਵਾਰੀ ਸਮਾਗਮ ਹੈ, ਉੱਥੇ ਅੱਜ ਸੰਗਰਾਮ ਦਾ ਵੀ ਦਿਨ ਹੈ। ਜਿਨ੍ਹਾਂ 12 ਮਹੀਨਿਆਂ ਦੁਆਰਾ ਪੰਚਮ ਪਾਤਸ਼ਾਹ ਗੁਰੂ ਨਾਨਕ ਸਾਹਿਬ
ਆਪਣੀ ਆਤਮਾ ਸਭ ਕੁਛ ਗੁਰੂ ਨੂੰ ਸੌਂਪਣ ਵਾਲੇ ਪੰਥ ਖਾਤਰ ਬਾਣੀ ਬਾਣੇ ਦੀ ਖਾਤਰ ਜੂਝਣ ਵਾਲੇ ਇੱਕ ਸਾਡੇ ਸ਼ਬਦ ਆਇਆ ਅਮਰ ਸ਼ਹੀਦ ਸ਼ਹੀਦ ਹੁੰਦਾ ਹੀ ਅਮਰ ਹੈ। ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੱਬਰ ਖਾਲਸਾ ਉਹਨਾਂ ਦੀ ਸਾਲਾਨਾ ਯਾਦ ਵਿੱਚ ਗੁਰਮੁਖ ਪਿਆਰੇ ਭਾਈ ਹਰਦੀਪ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਇਹ ਸਮਾਗਮ ਹੈ। ਇਹ ਲੰਗਰਾਂ ਦੀ ਸੇਵਾ ਹੈ ਅਤੇ ਅੱਜ ਦਾ ਦਿਨ 90ਵੇਂ ਸਾਲ ਦੇ ਵਿੱਚ ਵੀ ਇੱਕ ਯਾਦ ਹੈ। ਕਤਨੀ ਕਰਨੀ ਦੇ ਪੂਰੇ ਬਾਣੀ ਬਾਣੇ ਦੇ ਧਾਰਨੀ ਗੁਰਮਤਿ ਦੇ ਪ੍ਰਚਾਰ ਹਿਤ ਦਿਨ ਰਾਤ ਇੱਕ ਕਰਦੇ ਵਾਲੇ ਮਹਾਂਪੁਰਖ ਸੱਚਖੰਡ ਵਾਸੀ ਸ੍ਰੀ ਗੁਰੂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡ ਰਾਮੇਤਾ ਵਾਲਿਆਂ ਦਾ ਵੀ ਅੱਜ ਸਲਾਨਾ ਦਿਨ ਹੈ। ਉਹਨਾਂ ਦੀ ਵਾਸੀ ਦਾ ਵੀ ਦਿਨ ਹੈ। ਜਿੱਥੇ ਜਿੱਥੇ ਵੀ ਜਥੇ ਸਿੰਘ ਕਿਤੇ ਸੇਵਾ ਨਿਭਾ ਰਹੇ ਨੇ ਸਭ ਕੋਈ ਉਹਨਾਂ ਦੀ ਯਾਦ ਵਿੱਚ ਅੱਜ ਦੇ ਦਿਨ ਗੁਰੂ ਨੂੰ ਸਮਰਪਿਤ ਹੋ ਰਿਹਾ ਹੈ। ਜਿਤਨਾ ਸਮਾਂ ਵੱਡੇ ਮਹਾਂਪੁਰਖਾਂ ਨਾਲ ਰਹਿ ਕੇ ਗੁਰਮਤਿ ਵਿਦਿਆ ਅਧਿਐਨ ਕੀਤੀ, ਸਤਿਪੁਰਖ ਦਾ ਬਚਨ ਧੰਨ ਚੋਂ ਨਿਕਲਿਆ ਤੀਰ, ਸ਼ਾਇਦ ਉਹਨੂੰ ਕੋਈ ਹੋਰ ਮੋੜ ਦੇ ਸਕੇ ਪਰ ਦੇ ਨਹੀਂ ਸਕਦਾ। ਇਸੇ ਤਰ੍ਹਾਂ ਸਾਧੂ ਦੇ ਮੁਖ ਵਿੱਚੋਂ ਨਿਕਲੇ ਵਚਨ ਨੂੰ ਵੀ ਨਹੀਂ ਕੋਈ ਮੋੜ ਸਕਦਾ। ਪਟਨੇ ਦੀ ਧਰਤੀ ਤੇ ਵੱਡੇ ਮਹਾਂਪੁਰਖਾਂ ਸੇਵਾ ਦੀ ਡਿਊਟੀ ਲਾਉਂਦਿਆਂ ਨਾਲ ਆਖਿਆ ਸੀ, ਕਰਤਾਰ ਸਿਆਂ ਦਿਨ ਥੋੜੇ ਆ, ਭੱਜ ਨਹੀਂ ਜਿੰਨਾ ਭੱਜ ਹੁੰਦਾ। ਬਚਨਾਂ ਤੇ ਪਹਿਰਾ ਦਿੱਤਾ, ਭੱਜੇ। ਉਹ ਸਮਾਂ ਦਿੱਲੀ ਸਰਕਾਰ ਨੇ ਜਦੋਂ ਐਮਰਜੈਂਸੀ ਲਾ ਦਿੱਤੀ, ਉਸ ਸਮੇਂ ਦੇ ਵਿੱਚ ਨਿਧੜਕ ਹੋ ਕੇ 37 ਨਗਰ ਕੀਰਤਨ ਮਹਾਨ ਕਿੰਨੇ ਕਿੰਨੇ ਨਗਰਾਂ ਦੇ ਵਿੱਚ ਇੱਕ ਦਿਨ ਕੱਢ ਲਏ ਜਾਂਦੇ, ਗੁਰਮਤਿ ਦੇ ਪ੍ਰਚਾਰ ਦੀਆਂ ਝੜੀਆਂ ਲਾਈਆਂ। ਪਰ ਸਮਾਂ ਥੋੜਾ ਹੈ, ਬਹੁਤੇ ਸਿੰਘ ਭਾਵੇਂ ਨਹੀਂ ਤਿਆਰ ਹੋ ਸਕੇ, ਪਰ ਉਹਨਾਂ ਮਹਾਂਪੁਰਖਾਂ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ। ਉਨੇ ਹੀ ਸਾਲ ਜਿੰਨੇ ਸਾਲ ਸੇਵਾ ਨਿਭਾਈ ਸੀ, ਉਨੇ ਹੀ ਸਾਲ ਸੇਵਾ ਇੱਧਰ ਵੀ ਉਨੇ ਹੀ ਸਾਲ ਨਿਭਾਈ। ਆਖਿਰਕਾਰ ਲੁਧਿਆਣਾ ਜਲੰਧਰ ਬਾਈਪਾਸ ਤੇ ਲੁਧਿਆਣੇ ਦੇ ਨੇੜੇ ਆ ਕੇ ਇੱਕ ਐਕਸੀਡੈਂਟ ਦੌਰਾਨ ਉਹਨਾਂ ਦੇ ਪੰਚ ਭੌਤਿਕ ਸਰੀਰ ਬਹੁਤ ਹੀ ਫਟੜ ਹੋਇਆ। ਭਾਵੇਂ ਪੰਜਾਬ ਦੀ ਸਰਕਾਰ ਨੇ ਵੀ, ਬਾਦਲ ਨੇ ਵੀ ਕਿਹਾ ਸੀ ਸਰਕਾਰੀ ਤੌਰ ਦੇ ਉੱਤੇ ਇਲਾਜ ਕਰਵਾਵਾਂਗੇ, ਪਰ ਨਹੀਂ, ਜੋ ਵਾਹਿਗੁਰੂ ਨੂੰ ਪਾਉਂਦਾ ਹੈ ਉਸ ਅਨੁਸਾਰ ਅੱਜ ਦੇ ਦਿਨ ਭਾਦੋਂ ਦੀ ਸੰਗਰਾਂਦ ਵਾਲੇ ਦਿਨ ਉਹਨਾਂ ਸੱਚਖੰਡ ਗਗਨ ਕੀਤਾ। ਕਿਸੇ ਮਹਾਂਪੁਰਖ ਦਾ ਜੀਵਨ ਥੋੜੇ ਮਿੰਟਾਂ ਵਿੱਚ ਕੋਈ ਇੱਕ ਸਰੀਰ, ਕੋਈ ਰਚਨਾ ਤੋਂ ਨਹੀਂ ਕਹਿ ਸਕਦਾ। ਜੋ ਸ਼ਹੀਦ ਸਿੰਘਾਂ ਨੇ ਕੌਮ ਦੀ ਖਾਤਰ ਗੁਰੂ ਨਾਨਕ ਦੇ ਬਚਨਾਂ ਤੇ ਪਹਿਰਾ ਦਿੱਤਾ,
सतगुरु नानक पातशाह जी का वचन है, जो तब प्रेम खेलन का चाओ, सिर तर तली गली मुरियाओ। इत मार्ग पैर धरीजै, सिर दीजै कान न कीजै। ये गुरु नानक साहब जी का 12 ते वधीक विच वचन है। ਉਹਦੇ ਤੇ ਪਹਿਰਾ ਦੇ ਕੇ ਸੂਰਮੇ ਇਸ ਰਸਤੇ ਤੇ ਚੱਲਦੇ ਹੈ, ਇਸ ਪ੍ਰੇਮ ਵਾਲੀ ਗਲੀ ਤੇ ਚੱਲਦੇ ਹੈ ਅਤੇ ਫਿਰ शहीदों की चिताओं पर लगेंगे हर वर्ष मेले। वतन पर मरने वाले का बाकी यहाँ यही निशान होगा। उन्होंने याद करते भाई अमरदीप सिंह जी, उन्हों का समूह परिवार कल तो लैके इस सेवा के विच जुड़े हुए। इन्ना समा नहीं कि मैं शहीदां सिंघां दे संबंध विच कोई इतिहासक तौर पर व्याख्या कर सकां। आओ हुण जिन्ना कि समा है शब्द विचार, असल विच तां शब्द विचार ही कथा होया करदी है। ठीक है, किसी महापुरख का जीवन, किसी सूरमे योधे का जीवन सुनाना साडा प्रचार है कौम का, पर गुरमत विचार जिहड़ी शब्द विचार है कथा यही हुंदी है। आओ जो अज दे श्री मुखवाक, अज का विशेष श्री मुखवाक, इसनूं विशेष श्री मुखवाक तां कहा जाता है। 12 महीनों के 12 विशेष मुखवाक सतगुरां ने उच्चारण कीते हैं 12 माह विच। इस बाणी दीयां पौड़ियां 14 हैं। गुरु नानक साहब जी ने 12 माह उचारे, उस दीयां 17 पौड़ियां ने, पर नाम 12 माह ही है, क्योंकि महीने 12 द्वारा ही उपदेश है। तुखारी विच गुरु नानक साहब जी के 12 माह विच 4 पौड़ियां पहलियां मंगल रूप ने, अखीर दी पौड़ी भी मंगल रूप है। इस 12 माह विच पहली पौड़ी मंगल स्वरूप है, अखीरली पौड़ी दे विच महात्मा दस्या होया नाम बाणी का। जिन जिन नाम ध्याया तिन के काज सरे, हर गुर पूरा आराध्या दरगह सच खरे। मनुख शरीर सफल है जिन्होंने वाहिगुरु का चिंतन किया। वो दरगाह दे विच खरे ने, वो चंगे हैं, श्रेष्ठ हैं, शुद्ध हैं। नहीं तो सतगुरु जी की बाणी कहती है, आपने आए श्रेष्ठ में बिन बूझे पस ढोर, नानक गुरमुख सो बुझै जाके भाग मथोर। भाई श्रेष्ठ दे उत्ते आए तो हाँ, पर भी जे ये नहीं जाने भी आए किस वास्ते हैं, फिर तो की है सी कहते ढोर पशु। एक तो पशु होंगे खड़ खावे अमृत दे, दुध दिंदे अमृत वर्गा। एक ढोर पशु होंगे भार ढोण वाले। ਇਹੋ ਜਿਹੇ ਪਸ਼ੂ ਦੀ ਵਰਗੀ ਬਿਰਤੀ ਹੈ ਉਸ ਪੁਰਸ਼ ਦੀ, ਜਿਹਨੇ ਇਹ ਨਹੀਂ ਜਾਣਿਆ ਮੈਂ ਸੰਸਾਰ ਤੇ ਆਇਆ ਕੀ ਕਰਨਾ। हाँ, गुरबाणी च एक ओंकार तो लैके 18 10 20 तक सतगुरु जी ने यही समझाया भी की करन आए। प्राणी तू आया लाहा लैन, लगा कितक पकड़े सब मुकदी चली रहन। ऐ पुरशा है प्राणा धारी जीव, तू लाहा लैन वास्ते आए। इथे गुरबाणी दे विच सतगुरु जी ने ऐसा साझा उपदेश किया है कि ਉਹੀ उपदेश पुरुष वास्ते है, ਉਹੀ उपदेश सती वास्ते है, स्त्री वास्ते है। ਉਹੀ उपदेश नर मनुखा नूं एक निधाना।
ਪੁਰਸ਼ਾਂ ਨੂੰ ਇਸਤਰੀਆਂ ਨੂੰ ਇੱਕੋ ਹੀ ਉਪਦੇਸ਼। ਪ੍ਰਾਣੀ ਜਿਸ ਵਿੱਚ ਪ੍ਰਾਣ ਵਗਦੇ ਨੇ ਉਹ ਪੁਰਸ਼ ਵੀ ਹੈ, ਉਹ ਸਤੀ ਵੀ ਹੈ, ਇਸਤਰੀ ਵੀ ਹੈ। ਭਾਈ ਤੂੰ ਲਾਹਾ ਲੈਣ ਖਾਤਰ ਆਏ ਸੰਸਾਰ ਅੰਦਰ, ਤੇ ਜਿਹੜੇ ਸਵਾਸ ਨੇ ਇਹਨਾਂ ਦੁਆਰਾ ਜੇ ਤਾਂ ਕੁਛ ਲਾਭ ਖੱਟ ਲੇਗਾ ਫਿਰ ਤੇਰਾ ਜਨਮ ਸਫਲ ਹੈ। ਜੇ ਵੀ ਸਵਾਸ ਆਈ ਨਿਗਾਹਤੇ ਵੀ ਦੇਖਾ ਜਾਊ ਫਿਰ ਤੇ ਦੇਖੀ ਜਾਊਗੀ ਹੈ, ਫਿਰ ਤੇ ਢੋਰ ਪਸ਼ੂ ਹੀ ਹੈ। ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਬੜੇ ਢੰਗ ਦੇ ਨਾਲ, ਬਹੁਤ ਤਰ੍ਹਾਂ ਦੇ ਨਾਲ, ਬੜੀਆਂ ਦਲੀਲਾਂ ਦੇ ਨਾਲ ਸਤਿਗੁਰੂ ਜੀ ਨੇ ਸਮਝਾਇਆ ਸਾਨੂੰ, ਇਹ ਪੁਰਸ਼ਾ ਇਹ ਮਾਨਸ ਜਨਮ ਹੈ ਨਾ ਜਿਹੜਾ, ਤੇ ਇਹ ਸਫਲਾ ਤਾਂ ਹੀ ਹੈ ਜੇ ਪਰਮੇਸ਼ਰ ਦਾ ਚਿੰਤਨ ਕਰੇਗਾ ਤਾਂ, ਨਹੀਂ ਤੇ ਸਫਲਾ ਨਹੀਂ ਹੈ। ਇਸੇ ਤਰ੍ਹਾਂ ਦਾਰਸ਼ਨਿਕ ਲੋਕਾਂ ਨੇ ਵੀ ਆਪਣੀ ਰਚਨਾ ਹਰ ਕੋਈ ਕਰਦਾ ਹੈ, ਬਣਾਉਂਦਾ ਹੈ। ਉਹਨਾਂ ਨੇ ਵੀ ਲਿਖਿਆ ਕਿ ਭਾਈ ਮਨੁੱਖ ਜਨਮ ਦੀ ਸਫਲਤਾ ਤਾਂ ਹੀ ਹੈ, ਨਾਰਨ ਗਿਆਨ ਨਿਜ ਅਦਕਤਾ, ਗਿਆਨ ਬਿਨਾ ਪਸ ਜਾਨ। ਕਹਿੰਦੇ ਅਗਿਆਤ ਪਸ਼ੂ ਹੈ, ਜੇ ਇਸ ਨੂੰ ਗਿਆਨ ਨਹੀਂ ਹੈ ਮੈਂ ਕਿਸ ਵਾਸਤੇ ਆਇਆ, ਮਾਨਸ ਜਨਮ ਕਿਸ ਵਾਸਤੇ ਮਿਲਿਆ, ਮਨੁੱਖ ਜਨਮ ਕਿਸ ਦੇ ਵਾਸਤੇ ਮਿਲਿਆ। ਜੇ ਉਸੇ ਤਰ੍ਹਾਂ ਜਿਵੇਂ ਆਮ ਜੀਵ ਜੀਵਨ ਨਿਭਾਉਂਦੇ ਹੈ, ਜੇ ਉਸੇ ਤਰ੍ਹਾਂ ਹੀ ਮਨੁੱਖ ਵੀ ਨਿਭਾਈ ਗਿਆ, ਤੇ ਫਿਰ ਤੇ ਇਹ ਆਖਿਆ ਉਹਨਾਂ ਲੋਕਾਂ ਨੇ, ਤੇ ਕਹਿੰਦੇ ਫਿਰ ਤੇ ਵੀ ਪਸ਼ੂ ਦੇ ਸਮਾਨ ਹੀ ਹੈ। ਤਾਂ ਤੇ ਮਨੁੱਖ ਜਨਮ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰੇਸ ਉਪਵਾਸੀ ਸਦਾ ਗੋਪਾਲੇ। ਜੀਵ ਧਨ ਜਿਹੜੀ ਦੇਹ ਹੈ ਇਹ ਜੀਵ ਆਤਮਾ ਨੂੰ ਕਹਿੰਦੀ ਹੈ, ਐ ਪਿਆਰਿਆ ਤੂੰ ਮੇਰੇ ਨਾਲ ਹੀ ਰਹਿਣਾ। ਤੇ ਫਿਰ ਇਹ ਵੀ ਕਹਿ ਦਿੱਤਾ ਬਚਨ ਦੇਹ ਛੋੜ ਨਾ ਜਾ ਸਾਹੇ, ਵੀ ਮੇਰੇ ਨਾਲ ਬਚਨ ਕਰ, ਮੈਂ ਤੈਨੂੰ ਛੱਡ ਕੇ ਨਹੀਂ ਜਾਂਦਾ। ਫਿਰ ਉਹਨੇ ਕੀ ਉੱਤਰ ਦਿੱਤਾ? ਫਿਰ ਕਹਿਆ ਹਾਂ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨ ਛੰਦਾ, ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸਦੇ ਤਾਂ ਉਠ ਸਦਾ ਸਾਹੇ। ਜੀਵਾਤਮਾ ਕਹਿਣ ਲੱਗਾ ਐ ਧਨ, ਐ ਜੀਵ ਇਸਤਰੀ, ਐ ਦੇਹ ਰੂਪ ਇਸਤਰੀ, ਮੈਂ ਕੀ ਹਾਂ? ਮੈਂ ਹੁਕਮੀ ਬੰਦਾ ਹਾਂ। ਵਾਹਿਗੁਰੂ ਦਾ ਹੁਕਮ ਆਇਆ, ਚੀਰੀ ਆਈ, ਢਿੱਲ ਨਾ ਖਾਓ। ਫਿਰ ਦੇਰ ਨਹੀਂ ਲੱਗਣੀ, ਫਿਰ ਤੇ ਜਾਣਾ ਹੀ ਪੈਣਾ। ਉਹ ਭਾਰੋ ਠਾਕੁਰ, ਉਹ ਬੜਾ ਵੱਡਾ ਮਾਲਕ ਹੈ ਵਾਹਿਗੁਰੂ, ਜਿਹਨੂੰ ਕਿਸੇ ਦੀ ਕਨੌੜ ਨਹੀਂ ਹੈ ਵੀ ਇਹਦਾ ਕੰਮ ਨਹੀਂ ਪੂਰਾ ਹੋਣ ਦਿੱਤਾ, ਨਹੀਂ ਹੋਣ ਦਿੱਤਾ, ਅਸੀਂ ਲੈ ਗਿਆ ਫਲਾਣਾ ਕਰ ਗਿਆ। ਕਹਿੰਦੇ ਉਹਨੂੰ ਕਿਸੇ ਦੀ ਨਿਸ਼ਾਨਦਗੀ ਨਹੀਂ ਹੈ, ਕਿਸੇ ਦੀ ਅਧੀਨਗੀ ਨਹੀਂ ਹੈ। ਜਦੋਂ ਉਹਨੇ ਦਿੱਤਾ ਸੁਨੇਹਾ ਤੇ ਫਿਰ ਤੇ ਊਠ ਸਦਾਸ਼ਾ ਹੈ, ਫਿਰ ਤੇ ਉੱਠ ਕੇ ਚਲੇ ਹੀ ਜਾਣਾ ਹੈ। ਇਹ ਦਿਨ ਜਿਹੜੇ ਹੁੰਦੇ ਹੈ ਇਹ ਸਾਨੂੰ ਇਸ ਵਾਸਤੇ ਹੀ ਵਰਸ਼ੀਆਂ, ਇਹ ਦਿਨ ਜੋੜ ਮੇਲ ਜਿਹੜੇ ਮਨਾਈ ਦੇ ਹੈ ਇਸ ਵਾਸਤੇ ਇਹ ਸਾਨੂੰ ਯਾਦ ਰਵੇ। ਨਵੇਂ ਪਾਤਸ਼ਾਹ ਜੀ ਨੇ ਵੀ ਇਹੀ ਬਚਨ ਕੀਤਾ ਹੈ, ਮਾਤਾਵਾਂ ਨੂੰ ਉਪਦੇਸ਼ ਦੇਣ ਵਾਸਤੇ ਸ਼ਲੋਕ ਵਿੱਚ ਕਿਹਾ ਕਿ ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ। ਉਹ ਅਵਤਾਰ ਵੀ ਚਲਿਆ ਗਿਆ, ਮਹਾਨ ਰਾਜਾ ਵੀ ਚਲਿਆ ਗਿਆ। ਇੱਥੇ ਨਾ ਰਾਜੇ ਨੇ ਰਹਿਣਾ ਹੈ, ਨਾ ਅਵਤਾਰ ਨੇ ਕਿਸੇ ਨੇ ਰਹਿਣਾ, ਦੇ ਨਹੀਂ ਰਹਿਣੀ ਉਹ ਕਿਸੇ ਦੀ। ਇਹਨੂੰ ਲੇਖੇ ਲਾ ਲਓ, ਇਹਨੂੰ ਸਫਲੀ ਕਰ ਲਓ।
ਸਾਧੂ ਮਹਾਤਮਾ ਮਹਾਂਪੁਰਖ ਇਸ ਵਾਸਤੇ ਭਉ ਭਗਤੀ ਕਰਦੇ ਹੈ। ਦੁਨੀਆ ਦੇ ਤਖਤੇ ਤੇ ਕੋਈ ਧਰਮ ਗ੍ਰੰਥ ਨਹੀਂ ਕਹਿੰਦਾ ਗਿਆਨ ਤੋਂ ਬਿਨਾਂ ਮੁਕਤੀ ਹੈ। ਪਿਤਾ ਗਿਆਨ ਨਾ ਮੋਕਸ਼, ਗਿਆਨ ਤੋਂ ਬਿਨਾਂ ਕਦੇ ਮੁਕਤੀ ਨਹੀਂ ਹੈ। ਇੱਕ ਗੁਰਮਤਿ ਹੈ ਜਿੱਥੇ ਗਿਆਨ ਤੋਂ ਬਿਨਾਂ ਵੀ ਮੁਕਤੀ ਹੈ, ਇੱਥੇ ਗਿਆਨ ਦੀ ਲੋੜ ਨਹੀਂ। ਜਦੋਂ ਆਪਣੇ ਧਰਮ ਦੀ ਖਾਤਰ ਆਪਣੇ ਸਰੀਰ ਨੂੰ ਕੁਰਬਾਨ ਕਰਨ ਵਾਲਾ ਸੂਰਮਾ ਤਲੀ ਤੇ ਧਰ ਕੇ ਤੇ ਆਪਣੇ ਧਰਮ ਦੀ ਖਾਤਰ ਆਪਣੇ ਸਰੀਰ ਦੀ ਕੁਰਬਾਨੀ ਦੇ ਦਿੰਦਾ ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਨੂੰ ਗਲਬੱਕੜੀ 'ਚ ਲੈ ਕੇ ਆਪਣੇ ਲੋਕ ਚਲੇ ਜਾਂਦੇ। ਇੱਥੇ ਗਿਆਨ ਦੀ ਵੀ ਲੋੜ ਨਹੀਂ, ਇੱਥੇ ਬਿਨਾਂ ਹੀ ਗਿਆਨ ਤੋਂ ਮੁਕਤ ਹੈ। ਤਾਂ ਤੇ ਅੱਜ ਦੋ ਮਹਾਨ ਆਤਮਾਵਾਂ ਦਾ ਦਿਨ ਹੈ। ਆਓ ਜੋ ਸਤਿਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ ਨੇ, ਅੱਜ ਦੇ ਸ੍ਰੀ ਮੁਖਵਾਕ ਹੁਕਮਨਾਮੇ ਵਿੱਚ ਸਪੈਸ਼ਲ ਜੋ ਹੁਕਮਨਾਮੇ ਹਨ ਮਹੀਨਿਆਂ ਦੇ, ਸ਼੍ਰਵਣ ਕਰੀਏ। ਵਾਹਿਗੁਰੂ ਸਾਹਿਬ ਜੀਓ। ਭਾਦੋਏ ਭਰਨ ਭੁਲਾਣੀਆ, ਦੂਜਾ ਲੱਗਾ ਹੇਤ। ਭਾਦੋਂ ਦੇ ਮਹੀਨੇ ਨੂੰ ਭਾਦੋਏ ਸ਼ਬਦ ਵਰਤਿਆ। ਠੀਕ ਹੈ, ਅਸੀਂ ਠੇਠ ਭਾਸ਼ਾ ਦੇ ਵਿੱਚ ਆਪਣੇ ਆਪਣੇ ਇਲਾਕਿਆਂ ਵਿੱਚ ਵੱਖ-ਵੱਖ ਬੋਲੀਆਂ ਦੇ ਨਾਮ ਹੁੰਦੇ ਨੇ। ਬੋਲੀ ਇੱਕ ਸੂਬੇ ਦੀ ਇੱਕ ਨਹੀਂ ਹੁੰਦੀ। ਪੰਜਾਬੀ ਦੀ ਕਈ ਬੋਲੀਆਂ ਜਾਂਦੀਆਂ, ਕਿਤੇ ਭਾਦੋਂ ਕਹਿੰਦੇ ਆ, ਕਿਤੇ ਭਾਦਰੋਂ ਕਹਿੰਦੇ ਆ, ਪਰ ਸਤਿਗੁਰਾਂ ਨੇ ਭਾਦੋਏ ਸ਼ਬਦ ਵਰਤਿਆ। ਮਹੀਨੇ ਦਾ ਨਾਮ ਹੈ। ਭਾਦੋਂ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ। ਕਹਿੰਦੇ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ। ਉਹ ਜੀਵ ਰੂਪ ਇਸਤਰੀਆਂ ਭਾਈ ਭਰਮ ਵਿੱਚ ਭੁੱਲੀਆਂ ਫਿਰਦੀਆਂ, ਕਿਹੜੀਆਂ? ਦੂਜਾ ਲੱਗਾ ਹੇਤ, ਜਿਹਦਾ ਦੂਜੇ ਦੇ ਨਾਲ ਹੇਤ ਕਹੀਏ ਪ੍ਰੇਮ ਲੱਗਿਆ। ਹੁਣ ਇੱਥੇ ਤਾਂ ਸਮਝ ਆਵੇਗੀ, ਪਹਿਲਾਂ ਜ਼ਮੀਨੀ ਤਲ ਦੀ ਗੱਲ ਹੁੰਦੀ ਹੈ, ਫਿਰ ਤਾਂ ਵਾਲੀ ਹੁੰਦੀ ਹੈ। ਜ਼ਮੀਨੀ ਤਲ ਤੇ ਅਸੀਂ ਪਤੀ ਤੇ ਸਤੀ ਦੇ ਬਾਰੇ ਸੌਖਾ ਸਮਝ ਜਾਂਦੇ ਹਾਂ। ਇਹਨੂੰ ਵਿਦਵਾਨਾਂ ਨੇ ਰੂਪਕ ਕਿਹਾ, ਰੂਪਕ ਅਲੰਕਾਰ ਇਹਨੂੰ ਕਹਿੰਦੇ। 12 ਮਾਹੇ ਵਿੱਚ ਸਾਰੇ ਵਿੱਚ ਰੂਪਕ ਅਲੰਕਾਰ ਵਰਤਿਆ ਸਾਡੇ ਵਿੱਚ। ਇਹ ਰੂਪਕ ਅਲੰਕਾਰ ਦੁਆਰਾ ਉਪਦੇਸ਼ ਹੈ। ਇਸ ਕਰਕੇ ਭੁਲਾਣੀਆਂ ਜੀਵ ਰੂਪ ਸਤੀਆਂ ਇਸਤਰੀਆਂ, ਉਹ ਜੀਵ ਰੂਪ ਇਸਤਰੀਆਂ ਭਾਈ ਭਰਮ ਵਿੱਚ ਭੁੱਲੀਆਂ ਫਿਰਦੀਆਂ, ਜਿਨ੍ਹਾਂ ਨੇ ਆਪਣੇ ਪਤੀ ਨੂੰ ਛੱਡ ਕੇ, ਜਿਵੇਂ ਕੋਈ ਸਤੀ, ਪਤੀ ਦੇ ਨਾਲ ਗੱਲ ਨਾ ਹੋਵੇ, ਪਤੀ ਨਾਲ ਪ੍ਰੇਮ ਨਾ ਹੋਵੇ, ਹੋਰਨਾਂ ਲੋਕਾਂ ਦੇ ਨਾਲ ਹੋਰ ਗੱਲਾਂ ਹੋਣ, ਤੇ ਉਹ ਸੁੱਖ ਨਹੀਂ ਕਦੇ ਪਾਉਂਦੀ। ਇਸੇ ਤਰ੍ਹਾਂ ਇਸੇ ਕਰਕੇ ਸਤਿਗੁਰੂ ਜੀ ਨੇ ਕਿਹਾ, ਖਸਮ ਛੋੜ ਦੂਜਾ ਲੱਗੇ, ਡੁੱਬੇ ਸੇ ਵਣਜਾਰਿਆ। ਭਾਈ ਜਿਹੜੇ ਆਪਣੇ ਮਾਲਕ ਨੂੰ ਛੱਡ ਕੇ ਹੋਰਾਂ ਦੇ ਨਾਲ ਜੁੜੇ ਫਿਰਦੇ ਐ, ਉਹ ਵਣਜਾਰੇ ਲੋਕ ਡੁੱਬ ਜਾਂਦੇ ਐ ਭਾਈ ਸੰਸਾਰ ਸਮੁੰਦਰ ਦੇ ਵਿੱਚ ਹੀ। ਸਮੁੰਦਰ ਵਿੱਚ ਚੱਲਦੀ ਬੇੜੀ ਚੋਂ ਕਹੇ ਮੈਂ ਹੁਣ ਇਹਦੇ 'ਚ ਨਹੀਂ, ਮੈਂ ਹੋਰ 'ਚ ਜਾਊਂਗਾ, ਛਾਲ ਮਾਰ ਕੇ ਦੂਜੀ 'ਚ ਜਾ ਵੜੂੰਗਾ, ਡੁੱਬੂਗਾ, ਕਰੇਗਾ ਨਹੀਂ। ਇਸੇ ਤਰ੍ਹਾਂ ਹੀ ਜੋ ਆਪਣੇ ਖਸਮ, ਆਪਣੇ ਮਾਲਕ ਨੂੰ, ਆਪਣੇ ਗੁਰੂ ਪੀਰ ਨੂੰ ਛੱਡ ਕੇ ਕਿਤੇ ਹੋਰ ਪਾਸੇ ਝਾਕ ਹੈ, ਹੋਰ ਕਿਸੇ ਮੜੀ ਮਸਾਣੀ ਦੀ ਝਾਕ ਹੈ, ਕਿਸੇ ਦੇਹਧਾਰੀ ਦੀ ਝਾਕ ਹੈ, ਕਿਸੇ ਦੇਵੀ ਦੇਵਤਿਆਂ ਦੀ ਝਾਕ ਹੈ, ਤੇ ਉਹ ਦੂਜੇ ਦੇ ਨਾਲ ਲੱਗੇ ਹੋਏ ਹੈ। ਆਪਣੇ ਖਸਮ ਨੂੰ ਛੱਡ ਦਿੱਤਾ ਹੈ, ਆਪਣੇ ਮਾਲਕ ਨੂੰ ਛੱਡ ਦਿੱਤਾ ਹੈ। ਜਿਸ ਵਾਹਿਗੁਰੂ ਨੇ ਸਾਨੂੰ ਸਰੀਰ ਦਿੱਤਾ, ਜੀਵ ਦਿੱਤਾ, ਜੀਵਾਤਮਾ ਦਿੱਤੀ, ਨਰ ਨਰਾਇਣੀ ਦੇਹ ਦਿੱਤੀ,
ਉਸ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਨੂੰ ਪੂਜਦੇ ਫਿਰੀਏ, ਕਿਸੇ ਹੋਰ ਨੂੰ ਯਾਦ ਕਰੀਏ। ਠੀਕ ਹੈ, ਕਿਸੇ ਨੇ ਕੋਈ ਮਹਾਨ ਕਰਮ ਕੀਤਾ, ਕੋਈ ਮਹਾਂਪੁਰਸ਼ ਹੈ, ਕਿਸੇ ਦੇ ਪਰ ਉਪਕਾਰ ਖਾਤਰ ਜਿਸ ਨੇ ਜੀਵਨ ਲਾਇਆ ਮਹਾਂਪੁਰਖ ਹੈ। ਚੰਗੇ ਗੁਣ ਹਨ, ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਪਰ ਜੋ ਵਾਹਿਗੁਰੂ ਹੈ ਉਹ ਹੀ ਹੈ, ਜੋ ਗੁਰੂ ਹੈ ਉਹ ਗੁਰੂ ਹੀ ਹੈ, ਗੁਰੂ ਦੇ ਸਮਾਨ ਹੋਰ ਕੋਈ ਨਹੀਂ ਹੈ। ਇਸੇ ਕਰਕੇ ਸਤਿਗੁਰਾਂ ਨੇ ਗੁਰਬਾਣੀ ਦੀ ਰੋਸ਼ਨੀ 'ਚ ਸਾਨੂੰ ਆਖਿਆ ਕਿ ਭਾਈ ਗੁਰ ਪਰਮੇਸ਼ਰ ਇੱਕ ਹੈ, ਗੁਰੂ ਹੀ ਰੱਬ ਹੈ। ਗੁਰੂ ਪਰਮੇਸ਼ਰ ਹੈ, ਪਰਮੇਸ਼ਰ ਗੁਰੂ ਰੂਪ ਹੋ ਕੇ ਸਾਨੂੰ ਦਰਸ਼ਨ ਦੇ ਰਿਹਾ ਹੈ, ਹੋਰ ਕੋਈ ਫਰਕ ਨਹੀਂ। ਇਸੇ ਕਰਕੇ ਮਥੁਰਾ ਭੱਟ ਨੇ ਆਖਿਆ ਨਾ, ਗੁਰ ਅਰਜਨ ਪ੍ਰਤੱਖ, ਕਹਿੰਦੇ ਜੋ ਧਰਤੀ ਤੇ ਆਕਾਸ਼ ਸਭ ਥਾਵਾਂ ਤੇ ਵਿਆਪਕ ਰੱਬ ਹੈ, ਉਹ ਗੁਰੂ ਅਰਜਨ ਦੇਵ ਜੀ ਪ੍ਰਤੱਖ ਰੂਪ ਵਿੱਚ ਰੱਬ ਨੇ। ਪ੍ਰਤੱਖ ਗੁਰੂ ਸਾਡਾ ਸਨਮੁਖ ਪਰਮੇਸ਼ਰ ਰੱਬ ਸਾਹਮਣੇ ਹੈ ਸਾਡੇ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹੈ, ਐ ਸਿੱਖਾ ਐ ਜੀਵ ਰੂਪ ਇਸਤਰੀ, ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਏਕ, ਵੇ ਕਿਉਂ ਭਰਮ ਵਿੱਚ ਭੁੱਲ ਗਈਆਂ। ਕਹਿੰਦੇ ਦ્વੈਤ ਭਾਵ ਵਿੱਚ ਹੋ ਗਈ। ਭਾਦੋਏ ਦਾ ਦੂਜਾ ਅਰਥ ਮਹਾਂਪੁਰਖ ਦ્વੈਤ ਭਾਵ ਕਰਦੇ ਸਨ, ਦੋਏ ਭਾਵ, ਹੋਰ ਕਿਸੇ ਦੇ ਨਾਲ ਭਾ ਜਾਣਾ, ਕੋਈ ਹੋਰ ਵੀ ਚੰਗਾ ਲੱਗਣਾ, ਪ੍ਰੇਮ ਲੱਗਣਾ। ਐਸੀ ਵਿਆਖਿਆ ਸਾਨੂੰ ਇਤਿਹਾਸ ਦੇ ਵਿੱਚ ਬਹੁਤ ਸੁੰਦਰ ਮਿਲਦੀ ਹੈ, ਜਿਹਦੇ ਵਿੱਚ ਮਨ ਵੀ ਟਿਕਦਾ ਹੈ ਜਗਿਆਸੂ ਦਾ, ਤੇ ਇੱਕ ਵਾਰ ਗੁਰੂ ਦੇ ਚਰਨਾਂ ਦਾ ਧਿਆਨ ਵੀ ਐਸਾ ਕਰ ਲੈਂਦਾ ਹੈ ਕਿ ਸਤਿਗੁਰੂ ਜੀ ਸਾਹਮਣੇ ਹੀ ਆਖ ਦਿੰਦੇ ਹੈ। ਮਾਲਵੇ ਦੀ ਧਰਤੀ ਤੇ ਦਸ਼ਮੇਸ਼ ਪਿਤਾ ਮਹਾਰਾਜ ਜੀ ਬਾਣੀ ਪੜ੍ਹ ਰਹੇ ਹੈ। ਬਾਣੀ ਪੜ੍ਹਦਿਆਂ ਇੱਕ ਜਗ੍ਹਾ ਤੇ ਗਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਤੇ ਉੱਥੇ ਕਿਸੇ ਨੇ ਮਟੀ ਬਣਾਈ ਹੋਈ ਸੀ, ਉਹਦੇ ਕਲੀ ਕੁਲੀ ਕੀਤੀ ਹੋਈ ਸੀ, ਚਮਕਦੀ ਸੀ। ਸਤਿਗੁਰੂ ਜੀ ਥੋੜਾ ਜਿਹਾ ਮੁਸਕਰਾ ਕੇ ਕਹਿੰਦੇ ਵੀ ਕਿੰਨੀ ਸੋਹਣੀ ਜਗ੍ਹਾ ਬਣਾਈ ਹੈ। ਤੇ ਭਾਈ ਮਾਨ ਸਿੰਘ ਹੋਰੀ, ਭਾਈ ਦਇਆ ਸਿੰਘ ਹੋਰੀ ਹੋ ਗਏ ਇਕੱਠੇ, ਹੋ ਗਏ ਦਾਲੇ ਮਹਾਰਾਜ ਦੇ। ਸਤਿਗੁਰੂ ਜੀ ਰੁਕੋ। ਮਹਾਰਾਜ ਕਹਿੰਦੇ ਹਾਂ ਭਾਈ। ਕਹਿੰਦੇ ਜੀ ਖਾਲਸਾ ਸਾਹਿਬ ਜੀ ਨੂੰ ਪੁੱਛਦਾ, ਤੁਹਾਡੀ ਹੀ ਬਾਣੀ ਹੈ ਜਿਹਦੇ ਵਿੱਚ ਆਪ ਨੇ ਆਖਿਆ ਤੇ ਬ੍ਰਤ ਗੋਰ ਮੜੀ ਮਠ ਭੂਲ ਨਾ ਮੰਨੈ, ਭੁੱਲ ਕੇ ਵੀ ਨਾ ਕਦੇ ਮੰਨ ਲਏ। ਮਹਾਰਾਜ ਜੀ ਕਹਿੰਦੇ ਮੈਂ ਮੰਨੀ ਹੈ। ਕਹਿੰਦੇ ਤੁਸੀਂ ਕਿਹਾ ਸੋਹਣੀ ਜਗ੍ਹਾ ਬਣੀ ਹੈ। ਕਹਿੰਦੇ ਜੀ ਸੋਹਣੀ ਲੱਗੀ ਤੇ ਤੁਸੀਂ ਕਹੀ ਕਿ ਤੁਸੀਂ ਭੁੱਲ ਕੀਤੀ ਹੈ। ਖਾਲਸਾ ਤੁਹਾਨੂੰ ਪੁੱਛਦਾ। ਮਹਾਰਾਜ ਮੁਸਕਰਾਏ, ਪ੍ਰਸੰਨ ਹੋਏ, ਕਹਿੰਦੇ ਵਾਹ ਖਾਲਸਾ, ਵਾਹ ਖਾਲਸਾ, ਮੈਂ ਇਹੀ ਚਾਹੁੰਦਾ ਸਾਂ। ਠੀਕ ਹੈ, ਮੈਨੂੰ ਸਜ਼ਾ ਲਾਓ, ਤਨਖਾਹ ਲਾਓ। ਫਿਰ ਪੰਜਾਂ ਸਿੰਘਾਂ ਨੇ ਇਕੱਠੇ ਹੋ ਕਰਕੇ ਤਨਖਾਹ ਲਾਈ ਇੰਨੇ ਰੁਪਏ ਦੀ। ਮਹਾਰਾਜ ਗੁਰੂ ਪਾਤਸ਼ਾਹ ਨੇ ਉਸੇ ਵੇਲੇ ਦਿੱਤੇ। ਖਾਲਸੇ ਨੇ ਹੋਰ ਪਾ ਕੇ ਕੜਾਹ ਪ੍ਰਸ਼ਾਦ ਦੇ ਭੰਡਾਰੇ ਕੀਤੇ ਖੁੱਲੇ। ਖਾਲਸੇ ਨੇ ਰਹੁ ਰੀਤੀ ਵਿੱਚ ਪਰਪੱਕ ਰਹਿਣ ਵਾਸਤੇ ਇਹ ਕੁਛ ਕਿਹਾ। ਕੁਝ ਗੁਰਮੁਖ ਪਿਆਰੇ ਇਹ ਵਿਚਾਰਾਂ ਦਿੰਦੇ ਨੇ, ਜੇ ਵੀ ਕੋਈ ਐਸੀ ਕੋਈ ਕਰਦਾ ਤੇ ਆਪਾਂ ਉਹ ਕਹਿ, ਤੇ ਅੱਜ ਕੱਲ੍ਹ ਵਾਲੇ ਜਿਹੜੇ ਲੋਕ ਪੁੱਠੀ ਚਰਚਾ ਕਰਦੇ ਉਹਨੂੰ ਕੰਟਰੋਵਰਸੀ ਖਨੇ ਕੀ ਕਹਿੰਦੇ ਹੈ, ਕਹਿੰਦੇ ਵੀ ਇਹਦੇ 'ਚ ਆਪਾਂ ਨੂੰ ਪੈਣਾ ਨਹੀਂ ਚਾਹੀਦਾ, ਉਹ ਛੱਡ ਦਿਓ ਉਹ ਗੱਲ ਨੂੰ। ਰਾਗੀ ਸਿੰਘਾਂ ਨੇ ਕੁਛ ਬੇਨਤੀ ਕੀਤੀ ਸੀ। ਕੋਈ ਆਪਣੇ ਆਪ ਨੂੰ ਗ੍ਰੰਥੀ ਕਹਾਉਣ ਵਾਲਾ, ਜਿਹਨੂੰ ਇਹ ਵੀ ਨਹੀਂ ਪਤਾ ਹੈ ਵੀ ਭਾਈ ਸੰਤੋਖ ਸਿੰਘ ਨੇ ਕਿੰਨੀਆਂ ਪੋਥੀਆਂ ਲਿਖੀਆਂ, ਹੋਰ ਕੀ ਗ੍ਰੰਥ ਲਿਖੇ ਨੇ, 10ਵੇਂ ਗ੍ਰੰਥ ਵਿੱਚ ਕਿਹੜੀ ਕਿਹੜੀ ਬਾਣੀ ਹੈ, ਉਹ ਲਿਖੀ ਕਿਉਂ ਹੈ, ਕਾਹਦੇ ਵਾਸਤੇ ਲਿਖੀ ਹੈ, ਇੰਨਾ ਵੀ ਨਹੀਂ ਪਤਾ। ਹੋਰ ਤੇ ਹੋਰ ਭਾਈ ਸੰਤੋਖ ਸਿੰਘ ਦੀ ਰਚਨਾ ਦਾ ਮੈਂ ਕਹਿੰਦਾ 2 ਪੰਕਤੀਆਂ ਦਾ ਅਰਥ ਕਰਕੇ ਸੁਣਾ ਦੇ ਵੀ ਇਹ ਜਿਹਾ ਅਵਤਾਰ ਸੀ ਜਿਹੜਾ ਕਹਾਉਂਦਾ ਉਤਰਿਆ ਹੋਇਆ। ਤੇ ਫਿਰ
ਉਹ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਤੋਂ ਬਿਨਾ ਕੋਈ ਦੁਨੀਆ ਦਾ ਵਿਦਵਾਨ ਕਹਿ ਦੇਵੇ ਗੁਰੂ ਗ੍ਰੰਥ ਸਾਹਿਬ ਨੂੰ ਕਿਤੇ ਗੁਰਤਾ ਹੈ। ਦਸ਼ਮੇਸ਼ ਪਿਤਾ ਦੀ ਬਾਣੀ ਹੀ ਵਿੱਚ ਹੀ ਸਤਿਗੁਰੂ ਜੀ ਨੇ ਆਪਣੀ ਬਾਣੀ ਵਿੱਚ ਆਖਿਆ, ਆਪਨ ਪਉ ਸ੍ਰੀ ਖਾਲਸੇ ਸੰਪਾ ਦੁਤੀ ਰੂਪ ਸ੍ਰੀ ਗੁਰੂ ਗ੍ਰੰਥਾ। ਕਹਿੰਦੇ ਮੇਰਾ ਆਪਣਾ ਸਰੂਪ ਖਾਲਸੇ ਨੂੰ ਸੌਂਪਿਆ ਹੈ, ਖਾਲਸਾ ਮੇਰਾ ਰੂਪ ਹੈ ਖਾਸ। ਦਸ਼ਮੇਸ਼ ਦੀ ਬਾਣੀ ਤੋਂ ਬਿਨਾਂ ਦੱਸੋ ਕਿੱਥੇ ਲਿਖਿਆ ਹੈ? ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਕਰੋਗੇ, ਸ਼ਾਸਤਰ ਧਾਰੀ ਹੋਣਾ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਗਟ ਕਰੋਗੇ। ਸ਼ਾਸਤਰਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਚੋਂ ਕਿਹੜੇ ਕਿਹੜੇ ਕਿਸ ਤਰ੍ਹਾਂ ਕਿੱਥੇ ਕਿੱਥੇ ਵਰਤੇ ਜਾਂਦੇ ਹੈ, ਕਿਹੜੇ ਸ਼ਾਸਤਰ ਦਾ ਕਿਹੜਾ ਵਾਰ ਹੈ, ਕਿਤੇ ਕਰੋਗੇ ਦਿਖਾਓ। ਹੋਰ ਤੇ ਹੋਰ ਸਤਿਗੁਰੂ ਪਾਤਸ਼ਾਹ ਮਹਾਰਾਜ ਇਤਿਹਾਸ ਤੋਂ ਬਿਨਾਂ ਤਾਂ ਗੁਰਾਂ ਦੇ ਦਿਨ ਹੀ ਅਵਤਾਰ ਦਿਹਾੜਾ, ਗੁਰਤਾ ਗੱਦੀ ਦਿਹਾੜਾ ਤੇ ਹੋਰ ਜੋਤੀ ਜੋਤ ਸਮਾਉਣ ਦੇ ਦਿਨ ਕਿਹੜਾ ਕੋਈ ਦੱਸੇਗਾ ਵੀ? ਇਤਿਹਾਸ ਦੱਸੇਗਾ, ਪਰ ਗੁਰੂ ਕੇ ਇਤਿਹਾਸ ਨੂੰ ਜਿਹੜੇ ਖਾਲਸੇ ਦੇ 5 ਤਖਤਾਂ ਤੇ ਅੱਜ ਵੀ ਕਥਾ ਹੁੰਦੀ ਹੈ, ਪੁਰਾਣੀ ਨਹੀਂ ਅੱਜ ਵੀ ਹੁੰਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਅੱਜ ਕੋਈ 100 ਪੰਨੇ ਦੀ ਕਿਤਾਬ ਲਿਖ ਦਿੰਦਾ ਨਾ, ਉਹਦੇ ਉੱਤੇ ਲਿਖ ਦਿੰਦੇ ਆ ਸਭ ਹੱਕ ਪ੍ਰਕਾਸ਼ ਕਦੇ ਰਾਖਵੇਂ ਹਨ, ਪਰ ਧੰਨੋ ਸੰਤੋਖ ਸਿੰਘ। ਜੋ ਤਿਆਗ ਸਾਡੇ ਪਿਤਾ ਗੁਰੂ ਨੇ ਦੱਸਿਆ ਉਹ ਕਰਕੇ ਵਿਖਾ ਦਿੱਤਾ। ਕਿਤੇ ਜੀਂਦ ਰਿਆਸਤ ਦੇ ਵਿੱਚ ਜਿੱਥੇ ਉਹਨਾਂ ਨੇ ਸਾਰਾ ਇਤਿਹਾਸ ਲਿਖਿਆ ਤੇ ਉਸ ਵੇਲੇ ਇੱਕ ਬੇਨਤੀ ਕੀਤੀ ਰਾਜੇ ਦੇ ਕੋਲ ਆ ਕੇ, ਤੇ ਨਹੀਂ ਵੀ ਕੋਈ ਗੱਲ ਬਣੀ ਸੀ। ਗੱਲ ਕੀ ਹੁੰਦੀ ਹੈ ਵੀ ਗ੍ਰਸਤੀ ਨੂੰ ਪੁੱਤਰ ਤੇ ਬਿਨਾਂ ਗ੍ਰਸਤ ਨਹੀਂ ਸੋਭਦਾ ਹੈ। ਸਾਰੇ ਪਾਸਿਆਂ ਤੋਂ ਨਹੀਂ ਕਿਤੋਂ ਝੋਲੀ ਪੱਲੇ ਪਿਆ ਕੁਛ। ਆਖਿਰਕਾਰ ਇੱਕ ਕਹਿੰਦੇ ਵੀ ਕੋਈ ਸਾਧੂ ਆ ਗਏ, ਮੰਡਲੀ ਵਾਲੇ ਸਨ ਸਾਧੂ, ਇਹ ਕੋਨੇ ਮੋਨ ਜੀ, ਤੇ ਚਲੋ ਉਹਨਾਂ ਦਾ ਕੋਈ ਜਦ ਤੱਕ ਹੋਣਾ ਹੈ ਤੇ ਉਹਨਾਂ ਨੇ ਬਚਨ ਕਰਤਾ ਵੀ ਪੁੱਤਰਤਾ ਹੋਈ, ਪਰ ਪਹਿਲਾ ਪੁੱਤ ਸਾਨੂੰ ਦੇਣਾ ਪਊ। ਕਹਿੰਦਾ ਦੇ ਦੂੰਗਾ, ਪਰ ਪਰਮੇਸ਼ਰ ਦੀ ਕਿਰਪਾ ਹੋ ਗਈ, ਪੁੱਤਰ ਵੀ ਜਨਮ ਪਿਆ। ਤੇ ਪੁੱਤਰ ਜਨਮਿਆ ਉਹ ਸੀ ਗੁਰਸਿੱਖ ਘਰਾਣਾ। ਤੇ ਉਹ ਕਹਿੰਦਾ ਵੀ ਹੁਣ ਮੈਂ ਇਹਨਾਂ ਨੂੰ ਰੋਕ ਹੋਣਿਆ ਮੋਨਿਆਂ ਨੂੰ, ਮੈਂ ਸਿੱਖ ਦਾ ਪੁੱਤਰ, ਮੇਰੇ ਘਰ ਪੁੱਤਰ ਹੋਇਆ, ਮੈਂ ਇਹਨਾਂ ਨੂੰ ਦੇ ਰਿਹਾ। ਬਚਨ ਵੀ ਕੀਤਾ ਸੀ ਕਿਵੇਂ? ਆਖਿਰਕਾਰ ਉਹ ਰਾਜੇ ਦੇ ਪਾਸ ਉਹ ਸਾਰਾ ਕੁਝ ਪਹੁੰਚ ਗਿਆ। ਕੇਸ ਵੀ ਇਹਦਾ ਜੀ ਨਿਪਟਾਰਾ ਕਰਾਓ। ਸਾਧ ਵੀ ਆ ਗਿਆ, ਪਤਾ ਲੱਗੇ ਤੇ ਲਿਆ ਵੀ ਸਾਡਾ ਰਾਜੇ ਦੇ ਪਾਸ ਨਿਆਂ ਕਰਨਾ ਸੀ। ਆਖਿਰਕਾਰ ਜਿੰਨੇ ਵੀ ਉਸ ਵੇਲੇ ਬਹੁਤ ਵਿਦਵਾਨ ਹੁੰਦੇ ਰਾਜੇ ਦੇ ਕੋਲ, ਬ੍ਰਾਹਮਣ ਵੀ ਇਕੱਠੇ ਸੀ, ਪੰਡਤ, ਉਹਨਾਂ ਨੇ ਕਹਿ ਦਿੱਤਾ ਵੀ ਹਾਂ ਇਹਨੇ ਬਚਨ ਕੀਤਾ, ਉਹਨਾਂ ਨੇ ਬਚਨਾਂ ਨਾਲ ਬੱਚਾ ਦਿੱਤਾ, ਇਹਨੂੰ ਦੇਣਾ ਚਾਹੀਦਾ। ਉਹਨਾਂ ਦੇ ਪ੍ਰਭਾਵ ਹੇਠ ਆ ਕੇ ਰਾਜੇ ਨੇ ਵੀ ਇਹ ਫੈਸਲਾ ਦੇ ਦਿੱਤਾ ਵੀ ਠੀਕ ਹੈ ਵੀ ਇਹਨਾਂ ਦਾ ਹੱਕ ਬਣਦਾ, ਇਹਨਾਂ ਨੂੰ ਦੇ। ਹੋਇਆ ਕਿ ਭਾਈ ਸੰਤੋਖ ਸਿੰਘ ਨੇ ਦੇਖਿਆ ਵੀ ਰਾਜਾ ਵੀ ਉਧਰ ਝੁਕ ਗਏ ਤੇ ਸਾਰੇ ਵਿਦਵਾਨ ਵੀ, ਪਰ ਇਹ ਤੇ ਗੁਰੂ ਕੀ ਦਾਤ ਹੈ। ਅਰਦਾਸਾਂ ਜਿਹੜੀਆਂ ਸਿੱਖਾਂ ਨੇ ਕੀਤੀਆਂ ਉਹ ਹੈ, ਇਹ ਸਾਧ ਦੀ ਕਿਸੇ ਦੀ ਦਾਤ ਨਹੀਂ। ਆਖਿਰਕਾਰ ਭਾਈ ਸਾਹਿਬ ਨੇ ਨਾਲ ਦੇ ਜਿਹੜੇ 2-4 ਸੀ ਉਹਨਾਂ ਨੂੰ ਆਖਿਆ ਚਲੋ ਵੀ ਗੱਡਿਆਂ 'ਚ ਸਮਾਨ ਪਾ ਲਿਆ, ਲੱਦ ਲਿਆ ਆਪਣੇ ਗ੍ਰੰਥ ਵਗੈਰਾ ਸਾਰੇ, ਤੇ ਛੱਡ ਕੇ ਰਾਜ ਭਾਗ ਨੂੰ ਮਾਰ ਕੇ ਠੋਕਰ, ਤੇ ਭਾਈ ਸੰਤੋਖ ਸਿੰਘ ਜੀ ਨੇ ਚਾਲੇ ਪਾ ਦਿੱਤੇ। ਰਾਜੇ ਨੂੰ ਪਤਾ ਲੱਗਿਆ, ਆਇਆ ਕਹਿਣ ਲੱਗਾ ਭਾਈ ਸਾਹਿਬ ਇਹ ਕੀ? ਉਹ ਕਹਿਣ ਲੱਗ ਜਿਹੜਾ ਤੂੰ ਕੀਤਾ। ਕਹਿੰਦੇ ਉਹ ਦਾਤ ਗੁਰੂ ਨਾਨਕ ਦੀ ਦਿੱਤੀ ਹੋਵੇ ਤੇ ਤੂੰ ਹੁਣ ਇੱਕ ਸਿੱਖ ਦਾ ਪੁੱਤ ਭੋਨਾ ਮੋਨਿਆਂ ਨੂੰ, ਬੀੜੀਆਂ ਪੀਣ ਵਾਲਿਆਂ ਨੂੰ ਤੂੰ ਦੇਵੇਂਗਾ, ਸਿਗਰਟਾਂ ਪੀਣ ਵਾਲਿਆਂ ਨੂੰ, ਤਮਾਕੂ ਪੀਣ ਵਾਲਿਆਂ ਨੂੰ? ਮੈਂ ਨਹੀਂ ਇਹ ਬਰਦਾਸ਼ਤ ਕਰ ਸਕਦਾ। ਮੇਰੇ ਗੁਰੂ ਨੇ ਪੁੱਛਣਾ ਤੂੰ ਉੱਥੇ ਸੀ, ਤੂੰ ਕੀ ਕੀਤਾ?
मैं की जवाब देवांगा? मैं जवाब दे सकांगा भी मैं बाक आउट करता, मैं चलिया गया उतों, मैं छड़ के चलिया गया, मैं नहीं सहार सकिया महाराज, मैं और की कर सकता? मैं किते फिर जवाब दे सकां? राजे ने अपना फैसला बदलन पिया सी। ਇਹ ਸਿੱਖ ਉਹਨੇ ਸਿੰਘ ਤੇ ਜਿਹੜੇ ਇਹ ਕਹਿ ਦੇਣ ਜੇ ਕਿ ਹੋ ਵੀ ਭਾਈ ਸ਼ਹੀਦਾਂ ਸਿੰਘਾਂ ਨੇ ਕੌਮ ਦੀ ਖਾਤਰ ਆ ਕੁਛ ਕੀਤਾ, ਤੇ ਜਵਾਬ ਕੀ ਦਿੰਦੇ ਨੇ ਇਹ ਲੋਕ? ਜਵਾਬ ਕੀ ਹੈ ਇਹਨਾਂ ਦਾ? ਨਾ ਕਹਿੰਦੇ ਹੱਠ ਕਰ ਮਰੈ ਨਾ ਲਿਖੇ ਪਾਵਾ, ਪੰਗਤੀ ਪੜ੍ਹ ਦਿੰਦੇ ਆ। ਓਏ ਹੱਠ ਧੂਈਆਂ ਪਾਉਣ ਵਾਲਿਆਂ ਨੂੰ ਹੱਠ ਕੇ ਹੈ, ਨਾ ਕਿ ਕੌਮ ਦੀ ਖਾਤਰ ਮਰਨ ਵਾਲਿਆਂ ਨੂੰ ਹੱਠ ਕੇ ਹੈ। ਜੇ ਕੌਮ ਦੀ ਖਾਤਰ ਮਰਨ ਵਾਲਿਆਂ ਨੂੰ ਹੱਠ ਗਿਆ ਹੁੰਦਾ ਤੇ ਗੁਰੂ ਨਾਨਕ ਸਾਹਿਬ ਜੀ ਇਹ ਨਾ ਆਖਦੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਹ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਇਹਨੂੰ ਕਿੱਧਰ ਨੂੰ ਲਿਜਾਓਗੇ? ਇਹੋ ਜਿਹੇ ਲੋਕ ਬਹੁਤ ਹਨ। ਅੱਜ ਪੰਜਾਂ ਤਖਤਾਂ ਤੇ ਭਾਈ ਸਾਹਿਬ ਦੇ ਗ੍ਰੰਥ ਦੀ ਕਥਾ ਹੁੰਦੀ ਹੈ, ਗੁਰਪ੍ਰਤਾਪ ਦੀ। ਉਸ ਪਾਵਨ ਇਤਿਹਾਸ ਨੂੰ ਜਿਸ ਨੇ ਸਾਰਾ ਇਤਿਹਾਸ ਲਿਖ ਕੇ, ਤੇ ਇਤਿਹਾਸ ਵਿੱਚੋਂ ਉਹਦੀ ਲਿਖਤ ਵਿੱਚੋਂ ਪਤਾ ਲੱਗਦਾ ਥਾਂ ਥਾਂ ਤੇ ਬੇਨਤੀਆਂ ਕਰਨੀਆਂ, ਮਹਾਰਾਜ ਸਿਰੇ ਲਵਾ ਲਿਓ। ਜਦੋਂ ਸਿਰੇ ਲੱਗ ਗਿਆ ਇੱਥੋਂ ਤੱਕ ਕਿ ਪੜ੍ਹਨ ਦਾ ਮੁੜ ਕੇ ਦੁਆਰਾ ਉਸ ਨੂੰ ਮੌਕਾ ਨਹੀਂ ਮਿਲਿਆ, ਉਹ ਸਾਰਾ ਗ੍ਰੰਥ ਇਕੱਠਾ ਕਰਕੇ ਲਿਖ ਕੇ ਅਕਾਲ ਤਖਤ ਸਾਹਿਬ ਤੇ ਰੱਖ ਕੇ ਮੱਥਾ ਟੇਕ ਆਖਿਆ ਖਾਲਸਾ ਜੀ ਤੁਹਾਡਾ ਕੁਝ ਹੈ, ਮੇਰਾ ਕੁਛ ਨਹੀਂ। ਜੋ ਕੁਝ ਖਾਲਸਾ ਚਾਹੁੰਦਾ ਹੈ ਇਹਦੇ 'ਚ ਮੇਰੇ ਕੋਲੋਂ ਕੋਈ ਬਾਤ ਘਾਟ ਹੋਈ ਹੋਵੇ, ਖਾਲਸਾ ਜੀ ਸੋਧ ਕਰ ਲਿਓ। ਕੋਈ ਹੈ ਮਾਂ ਦਾ ਜੰਮਿਆ? ਇੰਨੀ ਮਿਹਨਤ ਕਰਕੇ, ਇੰਨੇ ਗ੍ਰੰਥ ਲਿਖ ਕੇ, ਐਸੀ ਕਾਲ ਲਿਖ ਕੇ, ਤੇ ਫਿਰ ਸੌਂਪ ਦੇਣੀ ਪੰਥ ਨੂੰ। ਪੰਥ ਪ੍ਰਵਾਨਿਤ ਹੈ, 10 ਗ੍ਰੰਥ ਪੰਥ ਪ੍ਰਵਾਨਿਤ ਹੈ। ਇਹ ਨਹੀਂ ਕਿ ਦੋ ਕੁ ਬੰਦੇ ਕਹਿੰਦੇ ਨਾ ਉੱਲੂਆਂ ਨੇ ਇੱਕ ਵਾਰੀ ਮੀਟਿੰਗ ਕਰ ਲਈ ਤੇ ਕਹਿੰਦੇ ਵੀ ਕਾਹਦੇ ਵਾਸਤੇ ਰੱਖੀ ਹੈ, ਏਜੰਡਾ ਕੀ ਹੈ? ਕਹਿੰਦੇ ਏਜੰਡਾ ਇਹ ਹੈ ਵੀ ਦੱਸੋ ਸੂਰਜ ਹੈਗਾ ਕਿ ਨਹੀਂ? ਕਹਿੰਦੇ ਵੀ ਨਹੀਂ, ਆਪਾਂ ਮੈਂ ਨਹੀਂ ਦੇਖਿਆ, ਮੈਂ ਵੀ ਨਹੀਂ ਦੇਖਿਆ। ਫੈਸਲਾ ਦਿੱਤਾ ਨਹੀਂ ਬਈ ਸੂਰਜ ਹੈ ਹੀ ਨਹੀਂ। ਕਹਿੰਦੇ ਐਵੇਂ ਲੋਕ ਕਹੀ ਜਾਂਦੇ ਸੂਰਜ ਹੈ ਹੀ ਨਹੀਂ। ਇਹੋ ਜਿਹੇ ਉੱਲੂ ਲੋਕ ਜਿਹੜੇ ਗੁਰੂ ਗ੍ਰੰਥ 10 ਗ੍ਰੰਥ ਨੂੰ, ਗੁਰੂ ਕੀ ਬਾਣੀ ਨੂੰ ਅਤੇ ਗੁਰੂ ਕੇ ਇਤਿਹਾਸ ਨੂੰ ਕੂੜ ਕਬਾੜ ਸ਼ਬਦ ਕਹਿਣ ਵਾਲੇ, ਮੈਂ ਕਹਿੰਦਾ ਜੀਭ 'ਚ ਕੀੜੇ ਪਏ ਕਿਉਂ ਨਹੀਂ ਹੁਣ ਤੱਕ? ਉਹਨਾਂ ਜ਼ਰੂਰ ਪੈ ਜਾਣਗੇ ਇੱਕ ਨਾ ਇੱਕ ਦਿਨ। ਇਸ ਵਾਸਤੇ ਇਹ ਦੂਜਾ ਹੇਤ ਹੈ। ਕਾਹਦੇ ਵਾਸਤੇ? ਕੌਮ ਨੂੰ ਢਾਹ ਲਾਉਣ ਵਾਸਤੇ ਦੂਜਾ ਹੇਤ ਹੈ। ਦੂਜੇ ਲੱਗਾ ਹੇਤ ਤੇ ਦੂਜੇ ਨਾਲ ਨਹੀਂ ਤਾਂ ਹੋਰ ਕਿਹਦੇ ਨਾਲ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਦ્વੈਤ ਭਾਵ ਵਿੱਚ ਭਰਮ ਭੁੱਲੀਆਂ ਵਿੱਚ ਹੋਈਆਂ ਇਸਤਰੀਆਂ ਨੇ ਜਿਹੜੀਆਂ, ਇਹ ਤਾਂ ਹੀ ਭੁੱਲੀਆਂ ਨੇ, ਹੋਰ ਦੇ ਨਾਲ ਪ੍ਰੇਮ ਲੱਗਿਆ ਹੋਇਆ ਹੈ। ਭਾਈ ਸਾਹਿਬ ਕੱਲ ਕਹਿ ਰਹੇ ਸੀ, ਕਹਿੰਦੇ ਵੀ ਪਿੱਛੇ ਦੇਖੋ ਕੀ ਹੈ। ਬਿਲਕੁਲ ਦਰੁਸਤ ਹੈ। ਪਿੱਛੇ ਕੀ ਹੈ? ਇੱਕ ਤੇ ਪਿੱਛੇ ਹੈ ਵੀ ਕਹਿੰਦੇ ਜਿਹੜਾ ਸ਼ੇਰ ਹੁੰਦਾ ਹੈ ਨਾ, ਸ਼ੇਰ ਦੀ ਜਿਹੜੀ ਸਮਝ ਨਹੀਂ ਹੁੰਦੀ ਹੈ, ਜੇ ਕੋਈ ਡਾਂਗ ਮਾਰਦਾ ਉਹ ਕੁੱਤੇ ਦੇ ਡਾਂਗ ਮਾਰੋ, ਕੁੱਤਾ ਡਾਂਗ ਨੂੰ ਫੜ ਲੈਂਦਾ। ਪਰ ਸ਼ੇਰ ਹੈ ਜਿਹੜਾ ਉਹ ਡਾਂਗ ਬਾਲੇ ਨੂੰ ਪੈਂਦਾ। ਕੋਈ ਗੋਲੀ ਮਾਰੇ, ਜਿੱਥੋਂ ਗੋਲੀ ਆਊ ਸ਼ੇਰ ਉੱਥੇ ਨੂੰ ਜਾਊਗਾ। ਸਿੰਘ ਵੀ ਸ਼ੇਰ ਹੈ ਵੀ। ਇਹ ਚੱਲ ਕਿੱਥੋਂ ਰਿਹਾ? ਇਹ ਸਾਡੀ ਦੁਸ਼ਮਣ ਹਿੰਦੂ ਕੌਮ ਕਰ ਰਹੀ ਹੈ, ਹਿੰਦੂ ਤਵੀ ਕਰ ਰਹੀ ਹੈ। ਸ਼ੇਰਾਂ ਦਾ ਨਿਗਾਹ ਇਹ ਹੈ। ਦੂਜੀ ਖਾਲਸੇ ਦੀ ਜਿਹੜੀ ਬਿਰਤੀ ਹੈ, ਕਿਤੇ ਖਾਲਸੇ ਦੇ ਸੰਬੰਧ ਵਿੱਚ ਸਾਰ ਵੱਲੋਂ ਪੜ੍ਹ ਕੇ ਦੇਖਿਓ। 10 ਮਿੰਟ ਤਾਂ ਥੋੜਾ ਹੀ ਖਾਲਸੇ ਦੇ ਵਾਸਤੇ ਸਤਿਗੁਰੂ ਜੀ ਨੇ ਲਿਖਿਆ। ਸਾਰ ਵੱਲੋਂ ਦੇ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੀ ਬੜੀ ਖੋਲ ਕੇ ਡੈਫੀਨੇਸ਼ਨ ਦਿੱਤੀ ਹੈ। ਜੇ ਉਹ ਡੈਫੀਨੇਸ਼ਨ ਪੜ੍ਹੀਏ ਤੇ ਖਾਲਸਾ ਇਹ ਕਹਿੰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਰਨ ਕਰਾਵਨ ਹਾਰ ਸੁਆਮੀ, ਵਾਹਿਗੁਰੂ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਜਦੋਂ ਸਤਿਗੁਰੂ ਜੀ ਨੇ ਇਹ ਸ਼ਬਦ ਕਹਿ ਦਿੱਤੇ, ਜ਼ਿੰਮੇਵਾਰੀ ਲਈ ਹੈ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਮੇਰਾ ਸਾਰਾ ਪ੍ਰਤਾਪ ਖਾਲਸੇ ਦੀ ਨਾਲ ਹੋਵੇਗਾ ਜਿੰਨੀ ਦੇਰ ਨਿਆਰਾ ਰਹੇਗਾ। ਪਰ ਜੇ ਕਿਸੇ ਹੋਰ ਢੰਗ ਦੇ ਨਾਲ ਵਿਪਰਨ ਦੀ ਰੀਤ ਕਹਿ ਲਵੇਗਾ, ਵਿਪਰਨ ਕੀ ਰੀਤ ਕੀ ਹੈ?
ਹੁਣ ਵਿਪਨ ਕੀ ਰੀਤ ਦੀ ਵਿਆਖਿਆ ਕੀ ਕਰਦੇ? ਕਹਿੰਦੇ ਨਾਰੀਅਲ ਦੀ ਵਿਪਨ ਕੀ ਰੀਤ ਹੈ, ਫਲ ਵੀ ਵੰਡ ਲੈ। ਇਹ ਵਿਪਰਨ ਕੀ ਰੀਤ ਹੈ, ਜੋ ਤੱਕ ਵਿਪਰਨ ਕੀ ਰੀਤ ਹੈ। ਇਹ ਵਿਪਰਨ ਕੀ ਰੀਤ ਨਹੀਂ ਹੈ। ਨਾਰੀਅਲ ਕੁੰਭ ਹੋਰ ਵਗੈਰਾ ਵਿਪਰਨ ਕੀ ਰੀਤ ਨਹੀਂ ਹੈ। ਵਿਪਰਨ ਕੀ ਰੀਤ ਹੈ ਕਹਿਣਾ ਕੁਛ ਹੋਰ ਤੇ ਕਰਨਾ ਕੁਛ ਹੋਰ। ਇਹ ਵਿਪਰਨ ਕੀ ਰੀਤ ਹੈ। ਮੁਖ ਤੋਂ ਕੁਛ ਹੋਰ ਕਹਿਣਾ, ਕਰਨਾ ਕੁਛ ਹੋਰ। ਅਕਾਲੀ ਲੀਡਰ ਮੈਂ ਵੱਡੇ ਵੱਡੇ ਦੇਖੇ ਜਿਹੜੇ ਕਹਿੰਦੇ ਸੀ ਇਹ ਸੱਚਾ ਹੈ। ਮੈਂ ਉਹ ਵੀ ਦੇਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਸੱਜਾ ਹੱਥ ਮਹਾਰਾਜ ਵੱਲ ਕਰਕੇ ਤੇ ਇਹ ਕਹਿਣ ਵਾਲੇ ਤੇ ਮੁੜ ਕੇ ਉਸ ਤੇ ਉਤਰਨਾ ਹੀ ਨਹੀਂ, ਗੁਰਦੁਆਰੇ ਬਾਹਰ ਜਾ ਕੇ ਕਿਤੇ ਹੋਰ ਕੁਝ ਹੋ ਜਾਣਾ। ਉਹ ਵੀ ਕਦੇ ਸਾਰੀ ਉਮਰ ਜਵਾਨ ਤੇ ਪੂਰੇ ਉਤਰੇ ਨਹੀਂ ਦੇਖੇ। ਇਹ ਵਿਪਰਨ ਕੀ ਰੀਤ ਖਾਲਸੇ ਨੇ ਫੜ ਲਈ ਤੇ ਇਹ ਕਰਕੇ ਗੁਰੂ ਸਾਡੀ ਬਾਂਹ ਨਹੀਂ ਫੜ ਰਿਹਾ। ਅਸਲ ਵਿੱਚ ਤੇ ਇਹ ਕਹਾਣੀ ਹੈ, ਅਸੀਂ ਆਪਣੇ ਜਿਹੜੀ ਅਸਲੀਅਤ ਹੈ ਉਸ ਨੂੰ ਛੱਡ ਜਾਂਦੇ ਆ ਵੀ ਚਲੋ ਛੱਡੋ, ਜੇ ਉਹ ਐਂ ਕਹਿੰਦੇ ਆਪਾਂ ਛੱਡ ਦਿਓ। ਉਹ ਤੇ ਇਹ ਵੀ ਕਹਿੰਦੇ ਐ। ਇੱਕ ਐਸੇ ਨੇ ਇੱਕ ਵਾਰ ਕਹਿ ਦਿੱਤਾ, ਆਖਿਆ ਜੀ ਗੁਰਬਾਣੀ 'ਚ ਲਿਖਿਆ ਵੀ ਜਲ ਕੀ ਮੱਛਲੀ ਚੜਿਆ ਖਜੂਰ। ਇਹ ਖਜੂਰ ਤੇ ਮੱਛੀ ਚੜ ਗਈ, ਕਹਿੰਦੇ ਚੜ ਜੂਗੀ। ਤੇ ਫਿਰ ਇਹ ਆਖ ਦਿੱਤਾ ਤੇ ਇਹ ਗੁਰਬਾਣੀ ਤਾਂ ਇਹ ਵੀ ਲਿਖਿਆ ਹੋਇਆ ਵੀ ਉਹ ਮੱਛੀ ਹੈ ਜਿਹੜੀ ਪਸੂਤ ਭਾਵ ਨੂੰ ਪੈਦਾ ਹੋਈ ਰੁੱਖ ਤੇ, ਵੀ ਮੱਛੀ ਸੂਰ ਕਿਵੇਂ ਬੱਚੇ ਦੇ ਦੂਗੀ ਇਸ ਰੁੱਖ ਤੇ ਚੜ ਕੇ। ਇਹ ਕਿਵੇਂ ਹੋ ਸਕਦਾ? ਇਹ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਤੇ ਹਮਲੇ ਹੋ ਰਹੇ। ਫਿਰ ਇਹ ਵੀ ਕੱਢ ਦੇਵਾਂਗੇ, ਫਿਰ ਭਗਤ ਬਾਣੀ ਵੀ ਕੱਢ ਦੇਵਾਂਗੇ। ਤੁਹਾਡੇ ਕੋਲ ਪੱਲੇ ਰਹਿ ਕੀ ਜਾਵੇਗਾ ਜੇ ਉਹਨਾਂ ਦੇ ਕਹੇ ਤੇ ਇਸ ਤਰ੍ਹਾਂ ਕਰਨ ਲੱਗ ਪਏ। ਇਸ ਕਰਕੇ ਖਾਲਸੇ ਨੂੰ ਆਪਣੀ ਨਿਆਰਾਪਣਾ ਰੱਖਣਾ ਜ਼ਰੂਰੀ ਹੈ। ਜਿੱਥੇ ਵੀ ਖਾਲਸਾ ਬੈਠੇ ਆਪਣੇ ਨਿਆਰੇਪਣੇ ਦੇ ਵਿੱਚ ਪ੍ਰਤੱਖ ਰਵੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਹੋਰ ਕਿਸੇ ਦਾ ਮੋਹ ਨਹੀਂ ਕਰਨੇ ਦਾ ਭਾਵ ਇਹ ਹੈ ਅੱਜ ਦੇ ਉਪਦੇਸ਼ ਦਾ। ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਇਸ ਕਰਕੇ ਉਂਝ ਤੇ ਭਰਮ ਵਿੱਚ ਨਹੀਂ ਖਾਲਸਾ ਪੈਂਦਾ, ਪਰ ਹਾਂ ਜਦੋਂ ਦੂਜੇ ਨਾਲ ਹੇਤ ਲੱਗ ਗਿਆ ਨਾ ਫਿਰ ਭਰਮ ਵਿੱਚ ਭੁੱਲੀਆਂ ਫਿਰਦੀਆਂ ਹਨ। ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਇੱਕ ਦ੍ਰਿਸ਼ਟਾਂਤ ਹੈ ਕਿ ਭਾਈ ਜੇ ਸਤੀ ਇੱਕ ਇਸਤਰੀ ਸ਼ਿੰਗਾਰ ਬਹੁਤ ਸੋਹਣੇ ਬਣਾ ਲਵੇ, ਪਰ ਗਹਿਣੇ ਪਾ ਲਵੇ, ਸ਼ਿੰਗਾਰ ਬਣਾਈ ਜਾਵੇ, ਪਰ ਜੇ ਪਤੀ ਨਾਲ ਪ੍ਰੇਮ ਨਹੀਂ ਤੇ ਕਿਸ ਕੰਮ। ਹੋਰ ਵੀ ਬਹੁਤ ਦ੍ਰਿਸ਼ਟਾਂਤ ਦਿੱਤੇ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ। ਸਮਾਂ ਨਹੀਂ ਹੈ। ਮਹਾਰਾਜ ਕਹਿੰਦੇ ਕੁਆਰ ਕੰਨਿਆ ਜੈਸੇ ਕੱਤ ਸੀ ਗਾਰਾ ਕਿਉਂ ਰਲੀਆਂ ਮਾਨੇ ਬਾਲ ਪਤਾਰਾ। ਜੇ ਕੁਆਰੀ ਲੜਕੀ ਕੋਈ ਸ਼ਿੰਗਾਰ ਕਰ ਲਵੇ ਸਤੀਆਂ ਵਾਲੇ ਸੁਹਾਗਣਾ ਵਾਲੇ ਤੇ ਪਤੀ ਤੇ ਹੈ ਨਹੀਂ, ਵੀ ਉਹ ਆਨੰਦ ਕਿੱਥੋਂ ਲਊਗੀ? ਨਹੀਂ ਮਿਲਣਾ। ਇਸੇ ਤਰ੍ਹਾਂ ਹੀ ਦਿਖਾਵੇ ਦੇ ਸ਼ਿੰਗਾਰ ਮਾਫ ਕਰਨਾ, ਬਾਣਾ ਅਸੀਂ ਵੀ ਪਾਉਣੇ ਦਿਖਾਵੇ ਦਾ ਬਾਣਾ, ਪਰ ਰਹਿਤ ਦੇ ਧਾਰਨੀ ਨਹੀਂ ਹਾਂ ਤਾਂ ਸਾਡਾ ਇਹ ਸ਼ਿੰਗਾਰ ਖਤਮ ਹੈ, ਕਿਸੇ ਕੰਮ ਨਹੀਂ ਹੈ। ਇਹ ਬਾਣੀ ਨਹੀਂ ਹੈ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਖੀ ਜਾਣੋ। ਪਹਿਲਾਂ ਬਾਣੀ ਫਿਰ ਬਾਣਾ। ਉਡਾਰੀ ਪੰਛੀ ਹੈ ਜਿਹੜਾ ਦੋਵਾਂ ਪਰਾਂ ਨਾਲ ਮਾਰਦਾ ਹੈ। ਇਸੇ ਤਰ੍ਹਾਂ ਖਾਲਸੇ ਦੇ ਵੀ ਦੋ ਖੰਭ ਹਨ, ਬਾਣੀ ਤੇ ਬਾਣਾ। ਪਹਿਲੇ ਬਾਣੀ ਜਿੰਨੀ ਵੀ ਹੋ ਸਕੇ ਸ਼ੁੱਧ ਪੜ੍ਹਨੀ ਤੇ ਹਮੇਸ਼ਾ ਵਾਸਤੇ ਜਾਣਨ ਵਾਸਤੇ ਤਿਆਰ ਰਹਿਣਾ। ਇਹ ਨਾ ਦੇਖਣਾ ਵੀ ਮੇਰੀ ਤਾਂ ਦਾੜੀ ਚਿੱਟੀ ਹੋ ਗਈ ਮੈਂ ਹੁਣ ਹੋਰ ਸਿੱਖਾਂ। ਨਹੀਂ, ਸਿੱਖ ਦਾ ਕੰਮ ਸਿੱਖਣਾ ਹੀ ਨਹੀਂ, ਸਿੱਖੀ ਚੋ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਭਾਈ ਸ਼ਿੰਗਾਰ ਤਾਂ ਉੱਪਰੋਂ ਬਾਣੇ ਦਾ ਬਣਾ ਲਿਆ। ਕਈ ਵਾਰ ਨਾ ਕਈ ਇੱਕ ਦੋ ਸਿੱਖਾਂ ਨੇ ਆਖਿਆ, ਕਹਿੰਦੇ ਜੀ ਆਪ ਜੰਗੀ ਨਾ ਬਾਣਾ ਤਾਂ ਭਾਈ ਫਿਰਦੇ ਐ ਤੇ ਕਿਸੇ ਨੂੰ ਫਤਿਹ ਬੁਲਾ ਕੇ ਰਾਜੀ ਨਹੀਂ। ਜੇ ਹੁਣ ਹੋਰ ਕੋਈ ਮੇਰੇ ਵਰਗਾ ਕਹੇ ਵੀ ਭਾਈ ਇੱਥੇ ਤੇ ਮੈਂ ਤੇ ਬਹੁਤ ਸਾਰੇ ਇਹੋ ਜਿਹੇ ਪ੍ਰਧਾਨ ਵੀ ਦੇਖੇ ਆ ਜਿਹੜੇ ਕਿਸੇ ਨੂੰ ਦੇਖਦੇ ਵੀ ਫਤਿਹ ਮੈਨੂੰ ਬੁਲਾਊ, ਨਹੀਂ ਬੁਲਾਉਂਦਾ ਪਰ ਇਹਨੂੰ ਕਰ ਲਓ। ਇਹਨਾਂ ਨੇ ਜਵਾਕਾਂ ਨੇ ਸਾਨੂੰ ਦੇ ਕੇ ਸਿੱਖਣਾ ਬਈ ਸਾਡੇ ਜਿਹੜੇ ਵੱਡੇ ਉਹਦੇ ਵਾਲੇ ਆ ਤੇ ਇਹ ਤਾਂ ਕਿਸੇ ਨੂੰ ਫਤਿਹ ਬੁਲਾਉਂਦੇ ਨਹੀਂ, ਅਸੀਂ ਕਿਉਂ ਬੁਲਾਈਏ? ਬੱਚਾ ਤਾਂ ਦੇਖ ਕੇ ਕਰਨ ਵਾਲਾ ਹੁੰਦਾ।
ਕਿਸੇ ਬੱਚੇ ਨੂੰ ਤਿਆਰ ਵਰਤਿਆ ਨੂੰ ਦੇਖਣਾ ਖੁਸ਼ ਹੋ ਕੇ ਉਹਨੂੰ ਆਵੇ ਭਜੰਗੀਆਂ ਫਤਿਹ ਬੁਲਾਓ ਤੇ ਉਹ ਵੀ ਸਿੱਖ ਜਾਏਗਾ ਆਵੀਆਂ ਫਤਿਹ ਬੁਲਾਉਣੀ ਨਾ ਕਿ ਤੋ ਐਵੇਂ ਪਾਈ ਫਿਰਦੇ ਬਾਣੀ ਕੋਈ ਬਾਣਾ ਪਾ ਲਿਆ ਕੋਈ ਮਾੜੀ ਗੱਲ ਨਹੀਂ ਹੈ। ਇਹਨਾਂ ਨੂੰ ਸਿੱਖਿਆ ਅੱਜ ਨਹੀਂ ਮਿਲੇਗੀ, ਕਦੋਂ ਮਿਲੇਗੀ? ਜੇ ਇਹਨਾਂ ਨੂੰ ਪਰੇ ਮਾਰਾਂਗੇ ਧੱਕਾ ਪਰੇ ਹੋ ਜਾ, ਤੁਹਾਨੂੰ ਕੀ ਪਤਾ ਸੇਵਾ ਕੀ ਹੁੰਦੀ ਹੈ। ਇਹ ਕਰਨਗੇ। ਆ ਜਿੰਨਾ ਲਾਕਡਾਊਨ ਦੇ ਵਿੱਚ ਸੇਵਾ ਸੰਭਾਲੀ, ਇੱਥੇ ਕੀਰਤਨ ਦੇ ਇਹਨਾਂ ਭਜੰਗੀਆਂ ਨੇ ਸੰਭਾਲੀ ਹੈ। ਕਦੇ ਰਹਿ ਰਸ ਪੜ੍ਹਦੇ, ਕਦੇ ਕੀਰਤਨ ਕਰਦੇ, ਕਦੇ ਆਰਤੀ ਆਰਤਾ ਕਰਦੇ ਹੈ। ਸਾਨੂੰ ਤਾਂ ਇਹੀ ਲੈ ਤਾਂ ਜੀ ਨਿੰਗ ਕਰਦੇ ਹੁੰਦੇ ਹੈ, ਉਹਨੇ ਮੁਸਲਮਾਨ ਹੈ। ਉਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੀਂ ਪੰਥ ਤੋਰਿਆ। ਭਾਈ ਵਿਨੋਦ ਸਿੰਘ ਦੀ ਕਮਾਨ ਹੇਠ ਬਾਬਾ ਬੰਦਾ ਬਹਾਦਰ ਨੂੰ ਭੇਜਿਆ ਸੀ। ਬੰਦੇ ਬਹਾਦਰ ਦੀ ਕਮਾਨ ਨਹੀਂ ਸੀ। ਉਸੇ ਵਿੱਚੋਂ ਹੀ ਟਕਸਾਲ ਦੀ ਮਰਜ਼ਾਦਾ ਹੈ, ਉਹਦੇ ਵਿੱਚੋਂ ਹੀ ਸਾਰੇ ਪੰਥ ਦੀ ਮਰਜ਼ਾਦਾ ਹੈ। ਹਾਂ ਆ ਜਿਹੜੇ ਅਕਾਲ ਤਖਤ ਦੀ ਜਾਂ ਹੋਰ ਹੈ, ਇਹ ਤੇ ਜਦੋਂ ਸ਼੍ਰੋਮਣੀ ਕਮੇਟੀ ਹੋਣ ਤੇ ਚਾਹੀ ਉਸ ਤੋਂ ਬਾਅਦ ਇਹ ਕੁਛ ਬਣਿਆ ਨਹੀਂ। ਸਾਰੀ ਮਰਜ਼ਾਦਾ ਹੈ ਹੀ ਨਿਹੰਗ ਸਿੰਘਾਂ ਦੀ। ਕਾਲੇ ਬਲਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ। ਰਹੋ ਵਿਚਾਰ ਸਤਿਗੁਰੂ ਜੀ ਕਹਿੰਦੇ ਓਏ ਸ਼ਿੰਗਾਰ ਬਣਾ ਲਾ, ਉੱਤੋਂ ਦਿਖਾਵੇ ਦਾ ਬਾਣਾ ਪਾ ਲਾ, ਦਿਖਾਵੇ ਦੇ ਸ਼ਾਇਰ ਪਾ ਲਾ। ਜੇ ਧਾਰਨੀ ਨਹੀਂ ਬਾਣੀ ਨਹੀਂ ਪੜਦਾ ਤਾਂ ਲੱਖ ਸਿਗਾਰ ਬਣਾਇਆ, ਕਾਰਜ ਨਾਹੀ ਕੇਤ। ਪੰਚਮ ਪਾਤਸ਼ਾਹ ਕਹਿੰਦੇ ਕਿਸੇ ਕੰਮ ਨਹੀਂ ਹੈ। ਜਿਤ ਦਿਨ ਦੇਹ ਬਿਨਸੀ ਤਿਤ ਵੇਲਾ ਕਹਿਸਨ ਪ੍ਰੇਤ। ਕਹਿੰਦੇ ਹੈ ਪੁਰਸ਼ਾ ਹੈ ਜੀਵ ਰੂਪ ਇਸਤਰੀ, ਜਿਸ ਦਿਨ ਦੇਹ ਬਿਨਸੀ ਦੇਹ ਦਾ ਅੰਤ ਹੋਣਾ ਤੇ ਕਹਿੰਦੇ ਉਸ ਵੇਲੇ ਕੀ ਕਹਿਣਗੇ? ਪ੍ਰੇਤ ਪਰੇ ਹੋਣ ਵਾਲਾ ਹੋ ਗਿਆ। ਹੁਣ ਤਾਂ ਛੇਤੀ ਕਰੋ, ਦਿਨ ਨਾ ਛਿਪ ਜੀ, ਹਨੇਰੇ ਤੋਂ ਪਹਿਲਾਂ ਕੰਮ ਮੁਕਾਓ, ਛੇਤੀ ਹੋ ਜਾਂਦੀ ਹੈ। ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ। ਮਹਾਰਾਜ ਕਹਿੰਦੇ ਜਮਦੂਤ ਲੈ ਜਾਂਦੇ ਆ, ਜਿਵੇਂ ਕਾਂਗਰਸ ਦੇ ਦੂਤ ਜਮਦੂਤ ਸਿੱਖਾਂ ਨੂੰ ਲੈ ਜਾਂਦੇ ਸੀ ਘਰਾਂ ਤੋਂ ਭਜੰਗੀਆਂ ਨੂੰ ਚੱਕ ਕੇ, ਹੁਣ ਵੀ ਲੈ ਜਾਂਦੇ ਆ। ਦੱਸਦੇ ਨਹੀਂ ਕਿਹੜੇ ਥਾਣੇ ਲੈ ਕੇ ਗਏ ਆ। ਇਹ ਧਰਤੀ ਦੇ ਜਮਦੂਤ ਨੇ, ਦਿੱਲੀ ਸਰਕਾਰ ਦੇ ਪਾਲੇ ਹੋਏ ਜਾਂ ਇੰਡੀਆ ਪੰਜਾਬ ਸਰਕਾਰ ਦੇ ਪਾਲੇ ਹੋਏ। ਅੱਜ ਵੀ ਇਹੀ ਕੁਝ ਹੋ ਰਿਹਾ। ਜੇ ਕੋਈ ਕਿਹੜਾ ਹੈ ਦੁਨੀਆ ਦੇ ਉੱਤੇ ਹੋਰ ਤੇ ਹੋਰ, ਮੈਂ ਕਹਿੰਦਾ ਕੋਈ ਪੰਛੀ ਦੇ ਬੱਚਿਆਂ ਵਿੱਚੋਂ ਨਿਕਲਦੇ ਤੇ ਉਹ ਬੱਚਿਆਂ ਨੂੰ ਉਡਾਰੀ ਤੋਂ ਬਾਅਦ ਪਹਿਲਾਂ ਉਹਦਾ ਵੀ ਆਲਣਾ ਹੁੰਦਾ। ਉਹ ਜੇ ਖਾਲਸੇ ਨੇ ਕਹਿ ਦਿੱਤਾ ਸਾਨੂੰ ਖਾਲਿਸਤਾਨ ਚਾਹੀਦਾ, ਸਾਨੂੰ ਆਪਣਾ ਘਰ ਚਾਹੀਦਾ, ਤੇ ਕਹਿੰਦੇ ਦੇਸ਼ ਧਰੋਹੀ ਹੈ। ਤੁਸੀਂ ਦੇਸ਼ ਦੇ ਰਾਖੇ ਹੋ, ਜਿਹੜੇ ਭਾਰਤ ਦੇ ਨਾਂ ਨੂੰ ਹਿੰਦੁਸਤਾਨ ਬਣਾਉਂਦੇ ਹੋ। ਤੁਸੀਂ ਰਾਖੇ ਹੋਗੇ, ਇਹ ਹਿੰਦੂਆਂ ਦਾ ਹੀ ਘਰ ਬਣ ਗਿਆ। ਉਹ ਜਿਸ ਥਾਂ ਦੇ ਉੱਤੇ ਹਿੰਦੂਆਂ ਦੀ ਕੋਈ ਰਾਖੀ ਕਰਨ ਵਾਲਾ ਨਹੀਂ ਸੀ, ਬਹੁ ਬੇਟੀਆਂ ਨੂੰ ਛਡਾਉਣ ਵਾਲਾ ਖਾਲਸਾ, ਤੇ ਉਹ ਤੇ ਕਹਿੰਦੇ ਹੁਣ ਤੁਸੀਂ ਪਾਕਿਸਤਾਨ 'ਚ ਲੈ ਲਓ, ਖਾਲਿਸਤਾਨ ਜੇ ਚਾਹੀਦਾ, ਜਾਂ ਕਹਿੰਦੇ ਅਮਰੀਕਾ 'ਚ ਬਣਾ ਲਓ। ਉਹ ਤੁਹਾਡੀਆਂ ਧੀਆਂ ਭੈਣਾਂ ਆਪਣੀਆਂ ਸਮਝ ਕੇ, ਆਪਣੀਆਂ ਮਾਂ ਭੈਣਾਂ ਸਮਝ ਕੇ ਛਡਾਉਂਦਾ ਰਿਹਾ ਖਾਲਸਾ, ਤੇ ਅੱਜ ਖਾਲਸਾ ਬਗਾਨਾ ਹੋ ਗਿਆ। ਅੱਜ ਹਿੰਦੂ ਤਵੀ ਹੋ ਗਈ, ਅੱਜ ਹਿੰਦੁਸਤਾਨ ਹੀ ਹੋ ਗਿਆ। ਕਿੱਥੇ ਲਿਖਿਆ ਹਿੰਦੁਸਤਾਨ? ਭਾਰਤ ਦਾ ਨਾਮ ਭਾਰਤ ਵਰਸ਼ ਹੈ ਸਾਡਾ ਦੇਸ਼, ਹਿੰਦੁਸਤਾਨ ਨਹੀਂ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਭਾਈ ਉਦੋਂ ਪਤਾ ਲੱਗੂਗਾ ਜਦੋਂ ਜਿਵੇਂ ਇਹ ਜਮਦੂਤ ਭੇਜਦੇ ਆ ਨਾ ਸਿੰਘਾਂ ਨੂੰ ਚੱਕਣ ਵਾਸਤੇ, ਇਹੋ ਜਿਹੇ ਹੀ ਦੂਤ ਚੱਕਣਗੇ। ਕਿਸੇ ਨਾ ਦੇਣੀ ਭੇਤ, ਕੋਈ ਭੇਤ ਨਹੀਂ ਦੇਣਾ, ਲੈ ਚੱਲੇ ਆ। ਛੱਡ ਖੜੋਤੇ ਖਿਨਾ ਮਾਹੇ ਜਿਨ ਸੋ ਲੱਗਾ ਹੇਤ। ਜਿਨ੍ਹਾਂ ਨਾਲ ਹੇਤ ਮੋਹ ਲਾਇਆ ਨਾ, ਜਿਨ੍ਹਾਂ ਨਾਲ ਪ੍ਰੇਮ ਲਾਇਆ ਹੋਇਆ, ਆਹ ਕੁਛ ਚਾਹੀਦਾ ਜੀ, ਆਹ ਕੋਈ ਸਾਡਾ ਹੋਣਾ ਚਾਹੀਦਾ, ਆਹ ਵੀ ਸਾਡਾ ਹੀ ਹੋਣਾ ਚਾਹੀਦਾ। ਤੇ ਹੁਣ ਤਾਂ ਇੱਥੇ ਮੁਸਲਮਾਨ ਕੋਈ ਰਹੇ ਹੀ ਨਾ, ਕਸ਼ਮੀਰ ਸਾਡਾ ਹੀ ਹੋਣਾ ਚਾਹੀਦਾ। ਇਹ ਜੇ ਕੁਛ ਹੈ ਦੂਜੇ ਨਾਲ ਹੇਤ ਪ੍ਰੇਮ ਲੱਗਿਆ, ਕਿਸੇ ਨੇ ਨਹੀਂ ਰਹਿਣਾ ਤੁਹਾਡੇ ਕੋਲੇ। ਛੱਡ ਖੜੋਤੇ ਖਿਨਾ ਮਾਹੇ, ਇੱਕ ਖਿਨਕ ਦੇ ਵਿੱਚ ਹੀ ਛੱਡ ਕੇ ਪਰੇ ਹੋ ਜਾਣਗੇ। ਛੱਡ ਜਿਵੇਂ ਦੇਹ ਨੂੰ ਛੱਡ ਕੇ ਪਰੇ ਹੋ ਜਾਂਦੇ ਹੈ ਨਾ, ਪਹਿਲੇ ਤੇ ਜਦੋਂ ਸਾਜਾ ਚੱਲਦਾ ਹੁੰਦਾ ਹੈ, ਨਬਜ਼ ਦੀ ਫੜ ਕੇ ਦੇਖਣਗੇ ਚੱਲਦੀ ਹੈ, ਉਹਨਾਂ ਚਿਰ ਤਾਂ ਫੜੀ ਰੱਖਣਗੇ ਚੱਲਦੀ ਹੈ। ਜਦੋਂ ਟੁੱਟ ਜਾਂਦੀ ਹੈ, ਜਦੋਂ ਛੱਡ ਕੇ ਬਾਹਰ ਪਰੇ ਹੋ ਜਾਂਦੇ ਆ, ਬਸ ਬਈ ਚਲੋ।
ਇਹੀ ਇੱਥੇ ਸਮਝਾ ਰਹੇ ਨੇ ਭਾਈ, ਛੱਡ ਕੇ ਸਾਰੇ ਫਿਰਕ ਦੇ ਵਿੱਚ ਹੀ ਪਰੇ ਹੋ ਜਾਂਦੇ ਐ ਜਿਨ੍ਹਾਂ ਨਾਲ ਹੇਤ ਮੋਹ ਲਾਇਆ। ਹੱਥ ਮਰੋੜਾ ਤਨ ਕਪੇ ਸਿਆਹੋ ਹੋਆ ਸੇਤ। ਹੱਥ ਮਰੋੜਾ ਤਨ ਕਪੇ ਸਿਆਹ ਹੋਆ ਸੇਤ। ਜਿਹੜਾ ਸਿਆਹ ਲਾਲ ਰੰਗ ਹੁੰਦਾ ਹੈ, ਉਹ ਸੇਤ ਕੂਣੀ ਵਰਗਾ ਹੋ ਜਾਂਦਾ ਹੈ। ਜਦੋਂ ਸਰੀਰ ਛੁੱਟਣ ਲੱਗਦਾ ਹੈ, ਪਹਿਲੇ ਤੇ ਸਿਆਹ ਕਾਲਾ ਰੰਗ ਹੁੰਦਾ ਹੈ ਤੇ ਫਿਰ ਚਿੱਟਾ ਹੋ ਜਾਂਦਾ ਹੈ, ਸੇਤ ਹੋ ਜਾਂਦਾ ਹੈ ਕੂਣੀ ਵਰਗਾ। ਹੱਥ ਮਰੋੜਾ ਤਨ ਕਪੇ ਜਿੰਦ ਨਮਾਣੇ ਕੱਢੀਏ ਹੱਡਾਂ ਤੂੰ ਕੜਕਾਏ। ਜਦੋਂ ਜਾਨ ਨਿਕਲਦੀ ਹੈ ਨਾ, ਹੱਡ ਵੀ ਕਹਿੰਦੇ ਕੱਢ ਟੁੱਟ ਕੇ ਕੱਢਦੀ ਹੈ, ਉਹ ਜੰਦ ਕੱਢਦੇ ਵਿੱਚੋਂ। ਇਉਂ ਤਨ ਵਾਲਾ ਕਪੇ ਦਾ ਕੱਟਣ ਦਾ ਹੁੰਦਾ ਹੈ। ਤਨ ਕਪੇ ਦੇਹ ਨੂੰ ਕਪੇ ਕੱਟ ਕੇ ਤੇ ਜਿੰਦ ਨੂੰ ਕੱਢਿਆ ਜਾਂਦਾ। ਹੱਥ ਮਰੋੜਾ ਤੇ ਹੱਥ ਵੀ ਫਿਰ ਕਹਿੰਦੇ ਵੀ ਘੁੰਡ ਮੁੜ ਗਏ ਹੁਣ ਤਾਂ, ਤੇ ਹੱਥ ਮੁੜ ਜਾਂਦੇ ਐ। ਇਹ ਜਿਹੀ ਹਾਲਤ ਹੁੰਦੀ ਹੈ। ਕੇਹਾ ਬੀਜਾ ਸੋਲਣਾ ਕਰਮਾ ਸੰਦੜਾ ਖੇਤ। ਭਾਈ ਆ ਦੇ ਰੂਪੀ ਖੇਤ ਹੈ, ਇਹਦੇ ਜਣਾ ਜਿਹੋ ਜਿਹੇ ਕਰਮ ਕਰਦੇ ਆ ਉਹ ਜਿਹਾ ਕੁਛ ਮਿਲੂਗਾ। ਜੇ ਜ਼ਿਮੀਂਦਾਰ ਖੇਤ 'ਚ ਕਹੇ, ਜਿਵੇਂ ਫਰੀਦ ਜੀ ਨੇ ਕਿਹਾ, ਫਰੀਦਾ ਲੋੜ ਹੈ ਦਾਖ ਬਜਾਉਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏਂਦਾ, ਬਹਿੰਦਾ ਲੋੜ ਹੈ ਪੱਟ। ਤੇ ਜੇ ਕੋਈ ਕਹੇ ਤੇ ਬਜੌਰ ਦੇਸ਼ ਦੀਆਂ ਦਾਖਾਂ ਮਿਲ ਜਾਣਗੀਆਂ, ਵੀ ਕਿੱਕਰਾਂ ਦੇ ਬੀਜੇ ਹੋਏ ਆ, ਦਾਖਾਂ ਥੋੜ੍ਹੋ ਮਿਲਣੀ, ਉੱਥੇ ਤਾਂ ਸੂਲਾਂ ਹੀ ਉੱਗਣਗੀਆਂ। ਜੇ ਬੀਜ ਹੀ ਇਹੋ ਜਿਹਾ ਬੀਜੇ ਸੂਲਾਂ ਵਾਲਾ, ਫਿਰ ਉਹੀ ਉਗਣੀ ਹੈ, ਉਹੀ ਕੁਝ ਪ੍ਰਾਪਤ ਹੋਣਾ ਹੈ। ਇਹ ਭਾਈ ਦੇਹ ਹੈ ਜਿਹੜੀ ਸਰੀਰ ਖੇਤ ਹੈ, ਜਿਵੇਂ ਖੇਤ ਵਿੱਚ ਇਹ ਜਿਹਾ ਬੀਜਿਆ ਜਿਹਾ ਬੀਜਿਆ ਸੋ ਲੁਣਾ ਉਹ ਜਿਹਾ ਵੱਢੀ ਦਾ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਹਾਂ ਬਈ ਜਿਹੜੇ ਪ੍ਰਭ ਸਰਣਾਗਤੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ, ਜਿਹੜੇ ਉਹਨਾਂ ਨੂੰ ਸ਼ਰਨਾਗਤੀ ਕਹੀ ਹੈ। ਜਿਹੜੇ ਵੀ ਉਸ ਪ੍ਰਭ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ, ਪੰਚਮ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਚਰਨ ਬੋਹਿਤ ਪ੍ਰਭ ਦੇਤ। ਉਹ ਵਾਹਿਗੁਰੂ ਪਰਮੇਸ਼ਰ ਐਸੀ ਕਿਰਪਾ ਕਰਦਾ ਹੈ, ਉਹਨਾਂ ਨੂੰ ਆਪਣੇ ਚਰਨਾਂ ਦਾ ਜਹਾਜ਼ ਦੇ ਦਿੰਦਾ ਹੈ। ਬੋਹਿਤ ਜਹਾਜ਼, ਚਰਨਾਂ ਦੇ ਜਹਾਜ਼ ਤੇ ਚੜਾ ਕੇ ਪਾਰ ਕਰਦਾ ਹੈ। ਤੇ ਭਾਦੋਏ ਨਰਕ ਨਾ ਪਾਈਐ ਤੁਰ ਰੱਖਣ ਵਾਲਾ ਹੇਤ। ਉਹਨਾਂ ਗੁਰਮੁਖਾਂ ਨੂੰ ਰੱਖਣ ਵਾਲਾ ਗੁਰੂ ਹੈ ਹੇਤ ਪ੍ਰੇਮ ਦੇ ਨਾਲ। ਉਹ ਜੀਵ ਰੂਪ ਇਸਤਰੀਆਂ ਭਾਦੋਂ ਮਹੀਨੇ ਦੁਆਰਾ ਉਪਦੇਸ਼ ਹੈ ਭਾਈ, ਨਾ ਦੁਐਤ ਭਾਵ ਵਿੱਚ ਪੈਣ, ਨਾ ਉਹ ਨਰਕ ਦੇ ਵਿੱਚ ਪੈਣ। ਉਹ ਫਿਰ ਆਪ ਗੁਰੂ ਰੂਪ ਵਿੱਚ ਭੇਦ ਹੋ ਜਾਂਦੀਆਂ। ਜਿਉਂ ਜਲ ਮੈਂ ਜਲ ਆਏ ਠਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ। ਨਾਨਕ ਪ੍ਰਭ ਕੈ ਸਦ ਕੁਰਬਾਨ। ਭੁੱਲਾਂ ਅਨੇਕ ਪ੍ਰਕਾਰ ਦੀਆਂ ਹੋ ਗਈਆਂ, ਮੇਰੇ ਕੋਲ ਹੋਣੀਆਂ। ਆਪ ਸੰਗਤਾਂ ਜ਼ਰੂਰ ਖਿਮਾ ਕਰਨ ਯੋਗ ਹੋ। ਗੁਰਮੁਖ ਪਿਆਰੇ ਗਿਆਨੀ ਸਾਹਿਬ ਸਿੰਘ ਜੀ ਤੇ ਉਹ ਬੈਠੇ ਤੇ ਜਿਵੇਂ ਪ੍ਰਬੰਧਕਾਂ ਦਾ ਹੋਵੇ, ਮਹਾਂਪੁਰਖਾਂ ਦੇ ਸੰਬੰਧ ਵਿੱਚ ਕੋਈ ਜੀਵਨ ਸੁਣਾਉਣ ਜ਼ਰੂਰੀ, ਠੀਕ ਹੈ। ਭੁੱਲਾਂ ਦਾ ਸਿਰ ਦੀਆਂ ਮਾਫ ਕਰਨੀ, ਇੱਥੇ ਸਮਾਪਤੀ ਕਰਾਂ। ਹਾਂਜੀ, ਪੜ੍ਹ ਦਿਓ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਸੇ ਭਾਗੈ